ਤੇ ਪੰਜਾਬ ਦੇ ਕਾਂਗਰਸੀਆਂ ਨੂੰ ਇਹ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਜੇ ਏਜੰਡੇ ਤੇ ਉਹ ਨਹੀਂ ਚੱਲਣਗੇ 6 ਮਹੀਨੇ ਬਾਅਦ ਸਰਕਾਰ ਦੇ ਪੜਾਕੇ ਪੈ ਜਾਣਗੇ। ਇੱਕ ਮਸਲਾ ਜੇ ਹੱਲ ਨਾ ਹੋਇਆ, ਇਹ ਜੇ ਲਾਰੇਬਾਜ਼ ਸਿਆਸਤ ਚੱਲੀ ਨਾ, ਖਰੇਤਾਂ ਦੀ ਸਿਆਸਤ ਚੱਲੀ, ਗਾਹਾਂ ਸਰਕਾਰ ਚੱਲ ਨਹੀਂ ਸਕਣੀ। ਤੇ ਸਾਰੀ ਬੁੱਧੀਜੀਵੀ ਕਹਿੰਦੇ ਨੇ ਪੰਜਾਬ ਜਿਹੜੀ ਹਾਲਤ 'ਚ ਪਹੁੰਚ ਗਿਆ, ਵਾਅਦੇ ਪੂਰੇ ਤਾਂ ਕੀਤੇ ਜਾਣਗੇ ਜੇ ਖਜ਼ਾਨਾ ਭਰੂ, ਨਹੀਂ ਵਾਅਦੇ ਪੂਰੇ ਕੀਤੇ ਨਹੀਂ ਜਾ ਸਕਦੇ। ਖਜ਼ਾਨਾ ਮੰਤਰੀ ਆ, ਅੱਜ ਤੱਕ ਖਜ਼ਾਨਾ ਮੰਤਰੀ ਬੋਲਿਆ ਵੀ ਪੰਜਾਬ ਦਾ ਖਜ਼ਾਨਾ ਕਿਉਂ ਖਾਲੀ ਹੋ ਰਿਹਾ, ਪੰਜਾਬ ਦਾ ਖਜ਼ਾਨਾ ਕਿਵੇਂ ਭਰਿਆ ਜਾਊਗਾ। ਕੰਮ ਤਾਂ ਉਹਦਾ ਸੀ ਨਾ ਜੀ। ਮਤਲਬ ਉਹ ਜਿਵੇਂ ਦੁੱਧ ਦੀ ਰਾਖੀ ਬਿੱਲਾ ਬਿਠਾਇਆ ਹੁੰਦਾ, ਇਸ ਤਰ੍ਹਾਂ ਖਜ਼ਾਨਾ ਚਲਾਇਆ ਉਹਨੇ। ਹੁਣ ਤੱਕ ਜਿਹੜੇ ਰਾਹ ਤੇ ਕਾਂਗਰਸ ਰਹੀ ਆ, ਪੰਜਾਬ ਨਾਲ ਕਿੱਡੀ ਵੱਡੀ ਬੇਇਨਸਾਫੀ ਕੀਤੀ ਆ ਕਾਂਗਰਸ ਨੇ। ਕੱਲਾ ਇਹ ਨਹੀਂ, 84 ਵਾਲੀ ਗੱਲ ਨਹੀਂ ਮੈਂ ਕਹਿੰਦਾ, ਪੰਜਾਬੀ ਸੂਬਾ ਨਹੀਂ ਬਣਾਇਆ, ਪੰਜਾਬ ਵੰਡਿਆ। ਜਿਵੇਂ ਸਾਰੇ ਮੁਲਕ ਦੇ ਸੂਬੇ ਬਣਾਏ ਨੇ, ਸੂਬਾ ਉਸ ਤਰ੍ਹਾਂ ਨਹੀਂ ਪੰਜਾਬ ਬਣਾਇਆ। ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਇਹਦਾ ਮਤਲਬ ਉਹ ਜਿਹੜੀ ਵਿਰਾਸਤ ਆ ਉਹ ਤੇ ਖੜ ਕੇ, ਜੇ ਅੱਜ ਉਹ ਕਹਿੰਦਾ ਕਿੰਗਡਮ ਨਹੀਂ, ਇੰਡੀਆ ਇਜ਼ ਨਾਟ ਏ ਨੇਸ਼ਨ, ਭਾਰਤ ਕੋਈ ਕੌਮ ਨਹੀਂ, ਇਹ ਰਾਜਾਂ ਦਾ ਸਮੂਹ ਆ। ਸੋ ਇਸ ਕਰਕੇ ਇਹ ਜਿਹੜਾ ਰੀਥਿੰਕ ਕਰਨ ਦਾ ਪ੍ਰੋਸੈਸ ਚੱਲ ਰਿਹਾ ਨਾ ਜੀ ਸਾਰਿਆਂ ਵੱਲੋਂ, ਇਹਨੂੰ ਜੇ ਆਪਾਂ ਐਂ ਕਹਿ ਕੇ ਸਾਰ ਦਾਂਗੇ ਉਦੋਂ ਕਿਉਂ ਨਹੀਂ ਬੋਲਿਆ, ਇਹ ਵੀ ਵਾਲੀ ਕੋਈ ਚੰਗੀ ਗੱਲ ਨਹੀਂ ਹੁੰਦੀ। ਉਹਦਾ ਦੇਖੋ ਜੀ, ਸਵਾਲ ਤੁਸੀਂ ਜੋ ਕਰ ਰਹੇ ਹੋ ਵੀ ਜਦੋਂ ਇੰਦਰਾ ਦਾ ਟਾਈਮ ਸੀ, ਉਸ ਤੋਂ ਬਾਅਦ ਫਿਰ 10 ਸਾਲ ਵੀ ਰਹੇ ਨੇ ਕਾਂਗਰਸ ਦਿੱਲੀ ਦੇ ਵਿੱਚ ਕੇਂਦਰ ਸਰਕਾਰ 'ਚ, ਉਦੋਂ ਵੀ ਤਾਂ ਗੱਲਾਂ ਯਾਦ ਹੋਣੀ ਚਾਹੀਦੀਆਂ ਸੀ ਵੀ ਸੱਤਾ ਕਦੋਂ ਵੀ ਜਾ ਸਕਦੀ ਹੈ। ਸੱਤਾ ਇੱਕ ਪਰਮਾਨੈਂਟ ਨਹੀਂ ਹੁੰਦੀ ਕਿਸੇ ਦੀ ਵੀ। ਉਦੋਂ ਇੱਕ ਰਾਹ ਤੇ ਜਾ ਰਹੇ ਸੀ, ਉਹ ਰਾਹ ਬਲੌਕ ਕਰਤਾ। ਉਹ ਗਲਤ ਸੀ, ਗਲਤ ਸੀ। ਉਹ ਗੱਲ ਝੂਠ ਨਿਕਲੀ ਸਿੱਧੂ ਸਾਹਿਬ ਦੀ। ਸੀਐਮ ਲੋਕ ਤੈਅ ਕਰਨਗੇ। ਸਿੱਧੂ ਸਾਹਿਬ ਨੇ ਕਿਹਾ ਸੀ ਕਿ ਲੋਕ ਤੈਅ ਕਰਨਗੇ ਸੀਐਮ, ਪਰ ਲੋਕਾਂ ਨੇ ਤੈਅ ਨਹੀਂ ਕੀਤਾ ਚੰਨੀ ਸਾਹਿਬ ਨੂੰ। ਇਹ ਤਾਂ ਫਿਰ ਹਾਈ ਕਮਾਂਡ ਨੇ ਤੈਅ ਕੀਤਾ ਨਾ। ਸਿੱਧੂ ਸਾਹਿਬ ਇਹ ਕਹਿੰਦੇ ਰਹੇ, ਫੈਸਲਾ ਹਾਈ ਕਮਾਂਡ ਦੇ ਹੱਥ ਆ। ਹੁਣ ਲੋਕ ਤੈਅ ਕਰਨਗੇ, ਉਹਦੀ ਵਿਆਖਿਆ ਉਹਨਾਂ ਨੇ ਇਹ ਕਰਤੀ। ਉਦੋਂ ਬਾਅਦ ਜਦੋਂ ਕੁਐਸਚਨ ਕੀਤਾ ਵੀ ਲੋਕ ਐਮਐਲਏ ਬਣਾਉਣਗੇ ਤਾਂ ਹੀ ਮੁੱਖ ਮੰਤਰੀ ਐਮਐਲਏ ਬਣਨ ਦਿੰਦੇ, ਫਿਰ ਮੁੱਖ ਮੰਤਰੀ ਬਣਾ ਲੈਂਦੇ। ਇਸ ਕਰਕੇ ਇਹ ਮੈਂ ਤੁਹਾਨੂੰ ਦੱਸਿਆ ਵੀ ਇਹ 'ਚ ਡਿਕੋਟਮੀ ਰਹਿੰਦੇ ਨੇ, ਫਰਕ ਰਹਿ ਜਾਂਦਾ ਕਹਿਣ 'ਚ। ਪਰ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ, ਜੇ ਦੋਨਾਂ ਵਿੱਚੋਂ ਕੋਈ ਇੱਕ ਤਾਂ ਹਾਰੂਗਾ ਉੱਥੋਂ ਦੀ, ਜੇ ਦੋਨਾਂ 'ਚੋਂ ਇੱਕ ਵੀ ਹਾਰ ਜਾਂਦਾ, ਉਹਦਾ ਸਿਆਸੀ ਕੈਰੀਅਰ ਕਿਹੜੇ ਪਾਸੇ ਜਾਊਗਾ? ਦੇਖੋ ਜੀ, ਇਹ ਨਹੀਂ ਆਪਾਂ ਕਹਿ ਸਕਦੇ, ਪਰ ਇੱਕ ਗੱਲ ਸਾਫ਼ ਆ ਜੀ, ਕਲੀਅਰ ਆ ਵੀ ਅੰਮ੍ਰਿਤਸਰ ਪੂਰਬੀ ਦੇ ਵਿੱਚ ਨੇਕੀ ਤੇ ਬਦੀ ਦੀ ਲੜਾਈ ਹੈ। ਇਹ ਲਾਈਨ ਖਿੱਚੀ ਗਈ। ਸੋਚ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਿੱਧੂ ਸਾਹਿਬ ਹਾਰ ਜਾਂਦੇ ਨੇ, ਕੀ ਲੱਗਦਾ ਕਿ ਉਹਨਾਂ ਦਾ ਸਿਆਸੀ ਰਸਤਾ ਬੰਦ ਹੋ ਜਾਊਗਾ? ਕਿੰਨੇ ਲੋਕ ਕਿੰਨੀ ਵਾਰ ਹਾਰੇ ਨੇ। ਇੰਦਰਾ ਗਾਂਧੀ ਹਾਰੀ ਆ, ਤੁਸੀਂ ਰਾਹੁਲ ਗਾਂਧੀ ਬੇਟੀ ਤੋਂ ਹਾਰਿਆ। ਮਤਲਬ ਸੰਘਰਸ਼ਾਂ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਇਹਦੇ ਨਾਲ ਨਹੀਂ ਰਸਤੇ ਬੰਦ ਹੁੰਦੇ। ਜੇ ਤਾਂ ਤੁਹਾਡਾ ਮਕਸਦ ਕੀ ਆ, ਜੇ ਤਾਂ ਤੁਹਾਡਾ ਮਕਸਦ ਇਹ ਹੈ ਵੀ ਕਰੋੜ ਲਾ ਕੇ 20 ਕਰੋੜ ਕਮਾਉਣਾ, ਫਿਰ ਤਾਂ ਇੱਕ ਦੋ ਵਾਰ ਹਾਰ ਗਏ, 2 ਵਾਰ ਹਾਰ ਗਏ, ਫਿਰ ਤਾਂ ਤੁਹਾਨੂੰ ਲੱਗੂ ਘਾਟੇ ਦਾ ਸੌਦਾ। ਜਿਹਦਾ ਮਕਸਦ ਆ ਮੈਂ ਤਬਦੀਲੀ ਲਿਆਉਣੀ ਆ, ਉਹ 20 ਵਾਰ ਹੋ ਰਹੂ। ਜਿਵੇਂ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਨਾ, ਸੱਚਾ ਜਿਹੜਾ ਉਹਨੂੰ ਤੜਫਾਇਆ ਤਾਂ ਜਾ ਸਕਦਾ, ਪ੍ਰਤਾੜਿਤ ਸ਼ਬਦ ਵਰਤਦਾ ਹੁੰਦਾ, ਉਹਨੂੰ ਹਰਾਇਆ ਨਹੀਂ ਜਾ ਸਕਦਾ। ਠੀਕ ਆ, ਬਹੁਤ ਤੌਰ ਤੇ ਕੰਗਾਲ ਲੋਕ ਨੇ ਜਿਹੜੇ ਉਹ ਤਾਂ ਠੋਕੋ ਤਾਲੀ ਕਰਨ ਲੱਗ ਗਏ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸਿੱਧੂ ਦਾ ਏਜੰਡਾ ਅਪਣਾਇਆ ਜਾਣ ਨਾ ਅਪਣਾਏ ਜਾਣ ਨਾਲ ਪੰਜਾਬ ਦਾ ਕੀ ਸੰਬੰਧ ਹੈ, ਕਿਉਂਕਿ ਉਹ ਉਹਨਾਂ ਦੇ ਸਿਆਸਤ ਨਾਲ ਕੋਈ ਤਲਕੇ ਨਹੀਂ। ਉਹ ਤਾਂ ਇਹੀ ਆ, ਬੜਬੋਲਾ ਜੀ, ਬੋਲਦਾ ਜੀ, ਐਂ ਕਹਿੰਦਾ ਜੀ। ਚਿਹਰੇ ਤੋਂ ਪਿੱਛੇ ਕਿਉਂ ਰਹਿ ਗਏ ਨੇ? ਕਿ ਹਾਈ ਕਮਾਂਡ ਨੂੰ ਸਿੱਧੂ ਸਾਹਿਬ ਸੈੱਟ ਨਹੀਂ ਬੈਠ ਰਹੇ ਸਨ, ਕਿ ਉਹਨਾਂ ਦੀ ਬੋਲਬਾਣੀ ਤੋਂ ਹਾਈ ਕਮਾਂਡ ਨੂੰ ਲੱਗਿਆ ਨਹੀਂ? ਜੇ ਇਹ ਚਿਹਰਾ ਬਣਨਗੇ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਆਪਸੀ ਖਿੱਚਾਤਾਣੀ ਹੈਗੀ ਕਾਂਗਰਸ ਦੇ ਲੀਡਰਾਂ ਦੀ, ਉਹ ਬਰਕਰਾਰ ਰਹੂਗੀ। ਅੱਜ ਤੱਕ ਕਿਸੇ ਦੀ ਜ਼ਰੂਰਤ ਨਹੀਂ ਪਈ, ਕਿਸੇ ਨੇ ਇਹ ਨਹੀਂ ਕਿਹਾ ਵੀ ਸਿੱਧੂ ਦਾ ਏਜੰਡਾ ਗਲਤ ਆ, ਜਾਂ ਇਹ ਪੂਰਾ ਨਹੀਂ ਹੋ ਸਕਦਾ, ਜਾਂ ਇਹ ਲਾਗੂ ਨਹੀਂ ਹੋ ਸਕਦਾ। ਸਿਰਫ ਸਿੱਧੂ ਤੂੰ ਤੜਕ ਕਰਦਾ ਜੀ, ਸਿੱਧੂ ਬੜਬੋਲਾ ਜੀ, ਸਿੱਧੂ ਐਂ ਕਰਦਾ ਜੀ। ਦੇਖੋ, ਇੱਕ ਬੰਦਾ ਜਦੋਂ ਲੜ ਰਿਹਾ ਨਾ ਜੀ, ਇੱਕ ਬੈਠੇ ਕਿਨਾਰੇ ਸਾਹਿਲ ਪੇ ਤੂਫਾਨ ਦਾ ਨਜ਼ਾਰਾ ਲੈਤੇ ਹੈ, ਪਰ ਜਿਹੜਾ ਸਿੱਧੂ ਏਜੰਡਾ ਪੇਸ਼ ਕਰ ਰਿਹਾ ਉਹ ਕਾਂਗਰਸ ਦੇ ਹਲਕ ਤੋਂ ਹੇਠਾਂ ਨਹੀਂ ਉਤਰ ਰਿਹਾ। ਇਹ ਲੜਾਈ ਸੀ। ਲੜਾਈ ਮੰਤਰੀ ਮੰਡਲ ਬਦਲਣ ਵੇਲੇ ਵੀ ਆਈ, ਉਦੋਂ ਅਮਰਿੰਦਰ ਦਾ ਡਰ ਦਿਖਾ ਕੇ ਜਿੰਨੀ ਤਬਦੀਲੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਤੁਸੀਂ ਕਹਿੰਦੇ ਵੀ ਸਿੱਧੂ ਸਾਹਿਬ ਦੇ ਏਜੰਡੇ ਹਾਈ ਕਮਾਂਡ ਨੂੰ ਜਿਹੜੇ ਨੇ ਉਹ ਪ੍ਰਵਾਨ ਨਹੀਂ ਹੋ ਸਕਦੇ, ਪਰ ਜੋ ਸਿੱਧੂ ਸਾਹਿਬ ਗੱਲ ਰੱਖਦੇ ਸੀ, ਉਹ ਕਹਿੰਦੇ ਸੀ ਕਿ ਮੈਂ ਹਾਈ ਕਮਾਂਡ ਕੋਲੋਂ ਚੀਜ਼ਾਂ ਪੁੱਛ ਕੇ ਆਇਆ, ਇਸ ਤਰੀਕੇ ਨਾਲ ਪਾਲਿਸੀ ਨਾਲ ਪੰਜਾਬ ਬਦਲੂਗਾ। ਪਰ ਜਿਹੜੀ ਪੰਜਾਬ ਦੀ ਕਾਂਗਰਸ ਆ, ਉਹ ਉਸ ਏਜੰਡੇ ਨੂੰ ਅਪਣਾਉਣ ਨੂੰ ਤਿਆਰ ਨਹੀਂ, ਕਿਉਂਕਿ ਸਿੱਧੂ ਦਾ ਏਜੰਡਾ ਦੁਕਾਨਦਾਰੀਆਂ ਬਹੁਤ ਬੰਦ ਕਰਾਉਂਦਾ। ਚਾਹੇ ਕਿਸੇ ਦੀ ਛੋਟੀ ਆ, ਚਾਹੇ ਇਲਾਕਾ ਇੰਚਾਰਜ ਆ, ਚਾਹੇ ਐਮਐਲਏ ਆ, ਚਾਹੇ ਕੋਈ ਚੇਅਰਮੈਨ ਆ, ਚਾਹੇ ਮੰਤਰੀ ਆ। ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਆਹ ਕੁਛ ਐਂ ਕਰਨਾ, ਤੇ ਦੁਕਾਨਦਾਰੀਆਂ ਬੰਦ ਹੋਣਗੀਆਂ ਨਾ ਜੀ। ਅੱਛਾ, ਜੋ ਵੀ ਏਜੰਡੇ ਨੇ ਸਿੱਧੂ ਸਾਹਿਬ ਦੇ, ਕਿ ਜੋ ਕਾਂਗਰਸ ਉਮੀਦਵਾਰ ਨੇ ਇਸ ਸਮੇਂ ਪੰਜਾਬ ਦੇ ਵਿੱਚ ਜਾਂ ਮੰਤਰੀ ਮੰਡਲ ਵਿੱਚ ਜੋ ਜਿੰਨੇ ਵੀ ਹੈਗੇ ਨੇ ਵਿਅਕਤੀ,
ਉਹਨਾਂ ਨੂੰ ਐਕਸੈਪਟ ਹੈਗਾ ਜੋ ਸਿੱਧੂ ਸਾਹਿਬ ਬੋਲਦੇ ਨੇ, ਕਿਉਂਕਿ ਕੋਈ ਵੀ ਸਿੱਧੂ ਸਾਹਿਬ ਦਾ ਏਜੰਡਾ ਬਾਕੀ ਕਾਂਗਰਸ ਦੇ ਲੀਡਰ ਨਹੀਂ ਬੋਲਦੇ ਪੰਜਾਬ ਦੇ। ਜਿਹੜੇ ਕਹਿੰਦੇ ਸੀ ਮੁੱਦਿਆਂ ਦੀ ਸਿਆਸਤ ਤੇ ਲੜਨਾ, ਮੁੱਦੇ ਪੰਜਾਬ ਦਾ ਹੱਲ ਆ, ਮੁੱਦਿਆਂ ਤੇ ਸਿਆਸਤ ਹੋਣੀ ਚਾਹੀਦੀ ਆ, ਅੱਜ ਉਹ ਕਾਰਡਾਂ ਗਿਣ ਰਹੇ ਨੇ। ਆਹ ਕਾਰਡ ਨਾਲ ਇੰਨਾ ਫਾਇਦਾ ਹੋ ਜੂ, ਹਿੰਦੂ ਕਾਰਡ ਇੱਧਰ ਜਾਊਗਾ, ਸਿੱਖ ਕਾਰਡ ਇੱਧਰ ਜਾਊਗਾ, ਕਿਸਾਨ ਕਾਰਡ ਇੱਧਰ ਜਾਊਗਾ, ਦਲਿਤ ਕਾਰਡ ਨਾਲ ਇੰਨਾ ਫਾਇਦਾ ਹੋ ਜੂ, ਇੰਨਾ ਨੁਕਸਾਨ ਹੋ ਜੂ। ਤੇ ਕਿੱਧਰ ਗਈ ਮੁੱਦਿਆਂ ਦੀ ਸਿਆਸਤ ਜੀ? ਮੁੱਦਿਆਂ ਬਾਰੇ ਕੋਈ ਗੱਲ ਕਰਦਾ? ਕਾਂਗਰਸ ਪਾਰਟੀ ਨੂੰ ਪੰਜਾਬ 'ਚ ਉਮੀਦਵਾਰ ਮਿਲ ਚੁੱਕਿਆ ਚਰਨਜੀਤ ਸਿੰਘ ਚੰਨੀ ਵੱਲੋਂ। ਬੜੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਸਨ ਕਿ ਸਿੱਧੂ ਸਾਹਿਬ ਜੋ ਨੇ ਉਹ ਸੀਐਮ ਦੇ ਉਮੀਦਵਾਰ ਹੋਣਗੇ, ਪਰ ਇਸ ਉੱਪਰ ਹੁਣ ਪਰਦਾ ਚੁੱਕਿਆ ਜਾ ਚੁੱਕਿਆ। ਉਹ ਸਭ ਤੋਂ ਅਹਿਮ ਸਵਾਲ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਜੋ ਮਾਡਲ ਦੀ ਗੱਲ ਹੁੰਦੀ ਸੀ, ਜੋ ਪੰਜਾਬ ਦੇ ਮਾਡਲ ਦੀ ਗੱਲ ਹੁੰਦੀ ਸੀ, ਜੋ ਬਾਰ-ਬਾਰ ਉਹ ਮੀਡੀਆ ਅੱਗੇ ਆ ਕੇ ਕਹਿੰਦੇ ਸਨ ਵੀ ਪੰਜਾਬ ਨੂੰ ਪੰਜਾਬ ਕਿਵੇਂ ਬਣਾਇਆ ਜਾ ਸਕਦਾ ਹੈ, ਪੋਲਿਸੀ ਦੀ ਗੱਲ ਕਰਦੇ ਸੀ, ਰੇਤ ਮਾਫੀਆ ਦੀ ਗੱਲ ਕਰਦੇ ਸੀ, ਕੇਬਲ ਮਾਫੀਆ ਦੀ ਗੱਲ ਕਰਦੇ ਸੀ, ਕਿ ਵਾਕਈ ਹੁਣ ਇਹ ਗੱਲਾਂ ਤੇ ਅਮਲ ਹੋਊਗਾ ਜੇ ਕੱਲ੍ਹ ਨੂੰ ਕਾਂਗਰਸ ਸਰਕਾਰ ਬਣ ਜਾਂਦੀ ਹੈ। ਦੂਸਰੇ ਪਾਸੇ ਜਾਖੜ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਨੇ ਸਟੇਜ ਤੋਂ ਭਾਸ਼ਣ ਦਿੱਤਾ, ਇਸ਼ਾਰਾ ਇਸ ਵਾਲੇ ਪਾਸੇ ਸੀ ਕਿ ਹੁਣ ਇੱਕ ਸਿਪਾਹੀ ਵਜੋਂ ਕੰਮ ਕਰਨਗੇ, ਨਾ ਕਿ ਚਲਦੀ ਪੋਲਿਟਿਕਸ ਦੇ ਵਿੱਚ ਉਹ ਨਜ਼ਰ ਆਉਣਗੇ। ਸੁਨੀਲ ਜਾਖੜ ਜੋ ਚੋਣਾਂ ਨਹੀਂ ਲੜਦੇ, ਉਹਨਾਂ ਦੇ ਜੋ ਨੇ ਬਹੁਤ ਚੋਣਾਂ ਲੜਦੇ ਨੇ। ਜੋ ਸਿੱਧੂ ਸਾਹਿਬ ਗੱਲਾਂ ਕਹਿੰਦੇ ਸਨ ਕਿ ਹੁਣ ਉਹ ਵਾਕਈ ਸੱਚੀਆਂ ਹੋਣਗੀਆਂ, ਜੋ ਸਿੱਧੂ ਸਾਹਿਬ ਚਰਚਾ ਕਰਦੇ ਸੀ ਕਿ ਹੁਣ ਉਹ ਅੰਮ੍ਰਿਤਸਰ ਦੇ ਦਾਇਰੇ ਵਿੱਚ ਹੋਏਗੀ ਚਰਚਾ, ਕਿ ਅੰਮ੍ਰਿਤਸਰ ਤੋਂ ਬਾਹਰ ਜਾ ਕੇ ਪੰਜਾਬ ਦੀ ਵੀ ਗੱਲ ਹੋਏਗੀ। ਸਿੱਧੂ ਸਾਹਿਬ ਦਾ ਸਿਆਸੀ ਭਵਿੱਖ ਕਿਹੜੇ ਪਾਸੇ ਜਾਊਗਾ? ਜੇ ਬਿਕਰਮ ਸਿੰਘ ਮਜੀਠੀਆ ਜਿੱਤ ਜਾਂਦੇ ਨੇ, ਉਸ ਤੋਂ ਬਾਅਦ ਸਿੱਧੂ ਸਾਹਿਬ ਕਿਹੜੇ ਪਾਸੇ ਜਾਣਗੇ? ਜੇ ਸਿੱਧੂ ਸਾਹਿਬ ਜਿੱਤ ਜਾਂਦੇ ਨੇ, ਬਿਕਰਮ ਮਜੀਠੀਆ ਦੀ ਸਿਆਸਤ ਕਿਹੜੇ ਪਾਸੇ ਜਾਊਗੀ? ਕਿਉਂਕਿ ਦੋ ਦਿੱਗਜ ਖੜੇ ਹੋਏ ਨੇ ਅੰਮ੍ਰਿਤਸਰ ਸੀਟ ਤੋਂ। ਤਾਂ ਸਾਡੇ ਨਾਲ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ, ਜੋ ਕਿ ਸਿੱਧੂ ਦੀ ਸਪੋਰਟ ਕਰਦੇ ਆਏ ਨੇ, ਸਿੱਧੂ ਦੇ ਏਜੰਡਿਆਂ ਨੂੰ ਸਪੋਰਟ ਕਰਦੇ ਆਏ ਨੇ, ਜੋ ਪਾਲਿਸੀਆਂ ਕਹਿੰਦੇ ਸੀ ਉਸ ਨੂੰ ਬਾਰ-ਬਾਰ ਸੋਸ਼ਲ ਮੀਡੀਆ ਉੱਤੇ ਲਿਖਦੇ ਆਏ ਨੇ। ਚਰਚਾ ਉਹਨਾਂ ਨਾਲ ਕਰਾਂਗੇ। ਸ਼ੁਰੂਆਤ ਕਰਾਂਗੇ ਇਸ ਰੇਸ ਵਿੱਚ ਨਵਜੋਤ ਸਿੰਘ ਸਿੱਧੂ ਪਿੱਛੇ ਕਿਉਂ ਰਹਿ ਗਏ ਨੇ, ਕਿਉਂ ਨਹੀਂ ਉਹ ਸੀਐਮ ਦਾ ਫੇਸ ਬਣ ਪਾਏ। ਸਾਡੇ ਨਾਲ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲਾਂ ਮੇਰਾ ਸਵਾਲ ਹੈ ਕਿ ਸਿੱਧੂ ਸਾਹਿਬ ਕਿਉਂ ਰੇਸ ਪਿੱਛੇ ਰਹਿ ਗਏ, ਜਾਂ ਸਿੱਧੂ ਸਾਹਿਬ ਨੂੰ ਕਿਉਂ ਨਹੀਂ ਸੀਐਮ ਦਾ ਚਿਹਰਾ ਐਲਾਨਿਆ ਗਿਆ? ਕਿਉਂਕਿ ਬਾਬਤ ਚਰਚਾ ਹੀ ਹੋ ਰਹੀ ਸੀ, ਜਿਸ ਤਰੀਕੇ ਨਾਲ ਸਿੱਧੂ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਸੀ, ਏਜੰਡੇ ਲੈ ਕੇ ਆਉਂਦੇ ਸੀ, ਪਾਲਿਸੀਆਂ ਦੀ ਗੱਲ ਹੁੰਦੀ ਸੀ, ਫਿਰ ਸਿੱਧੂ ਸਾਹਿਬ 'ਚ ਕੋਈ ਕਮੀ ਰਹਿ ਗਈ, ਜਾਂ ਕਾਂਗਰਸ ਪਾਰਟੀ ਨੇ ਪੱਤਾ ਹੀ ਉਹ ਖੇਡਿਆ ਦਲਿਤ ਭਾਈਚਾਰੇ ਵਾਲਾ ਕਿ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਮਿਲ ਜਾਣਗੀਆਂ? ਵਿਜੇ ਜੀ, ਤੁਹਾਡੇ ਯਾਦ ਹੋਊ ਆਪਣੀ ਥਾਪਰ ਕਾਲਜ ਪਟਿਆਲੇ ਇੱਕ ਇੰਟਰਵਿਊ ਹੋਈ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਕੈਟਾਗਰੀਕਲੀ ਕਿਹਾ ਸੀ ਵੀ ਸਿੱਧੂ ਸਾਹਿਬ ਦੀ ਇੱਕ ਗੱਲ ਦੂਜੀ ਨੂੰ ਕੱਟਦੀ ਆ। ਜਦੋਂ ਉਹ ਮੁੱਦਿਆਂ ਦੀ ਸਿਆਸਤ ਦੀ ਗੱਲ ਕਰਦੇ ਆ, ਨਾਲ ਚਿਹਰੇ ਦੀ ਸਿਆਸਤ ਦੀ ਗੱਲ ਕਰਦੇ ਆ, ਚਿਹਰੇ ਦੀ ਸਿਆਸਤ ਅਸਲ 'ਚ ਮੁੱਦਿਆਂ ਦੀ ਸਿਆਸਤ ਨੂੰ ਰੋਲ ਦਿੰਦੀ ਆ। ਉਸੂਲੀ ਤੌਰ ਤੇ ਅਸੀਂ ਇੱਕ ਗਲਤ ਪਿਰਤ ਪਾਈ ਹੋਈ ਆ, ਜੋ ਵਿਧਾਇਕਾਂ ਦਾ ਹੱਕ ਆ, ਜਿਹੜਾ ਉਹਨਾਂ ਨੇ ਆਪਦਾ ਆਗੂ ਚੁਣਨਾ ਹੁੰਦਾ, ਉਹ ਅਸੀਂ ਹੱਕ ਹਾਈ ਕਮਾਂਡ ਨੂੰ ਦੇਤਾ, ਜਾਂ ਉਹ ਚਾਹੇ ਦਿੱਲੀ ਵਾਲੀ ਹਾਈ ਕਮਾਂਡ ਹੋਵੇ, ਚਾਹੇ ਪੰਜਾਬ ਵਾਲੀ ਹਾਈ ਕਮਾਂਡ ਹੋਵੇ। ਇਹ ਗੈਰ ਜਮਹੂਰੀ ਵਰਤਾਰਾ। ਪਰ ਹੁਣ ਜਿੰਨੇ ਸਮੇਂ ਤੋਂ ਇਹ ਲੀਹਾਂ ਪੱਕੀਆਂ ਹੋਈਆਂ ਨੇ ਨਾ ਜੀ, ਇਹਨਾਂ ਨੂੰ ਤੋੜਨਾ ਬਹੁਤ ਔਖਾ। ਸਿੱਧੂ ਸਾਹਿਬ ਨੇ ਇੱਕ ਇਤਿਹਾਸ ਸਿਰਜਤਾ, ਪੰਜਾਬ ਦੀ ਸਿਆਸਤ ਨੂੰ ਮੁੱਦਿਆਂ ਤੇ ਏਜੰਡੇ ਦੀ ਸਿਆਸਤ ਤੇ ਲਿਆ ਕੇ ਫੋਕਸ ਕਰਤਾ। ਕਾਂਗਰਸ ਪਾਰਟੀ ਦੇ ਵਿੱਚ ਐਡੀ ਲੜਾਈ ਲੜਨੀ, ਤੇ ਅੱਜ ਵੀ ਜਦੋਂ ਚੰਨੀ ਸਾਹਿਬ ਨੂੰ ਚਿਹਰਾ ਐਲਾਨਿਆ ਤਾਂ ਐਲਾਨ ਕੀਤਾ ਰਾਹੁਲ ਗਾਂਧੀ ਨੇ ਵੀ, ਸੀਐਮ ਚੰਨੀ ਨੇ ਵੀ। ਜਿਹੜਾ ਚਿਹਰਾ ਐਲਾਨਿਆ ਗਿਆ, ਚਲੋ ਸੀਐਮ ਕੌਣ ਬਣਦਾ ਕਿਵੇਂ ਬਣਦਾ ਉਹ ਅਗਲੇ ਭਵਿੱਖ ਦੀ ਗੱਲ ਆ, ਕਿ ਏਜੰਡਾ ਸਿੱਧੂ ਸਾਹਿਬ ਦਾ ਲਾਗੂ ਹੋਊਗਾ, ਵਿਜ਼ਨ ਸਿੱਧੂ ਸਾਹਿਬ ਦਾ ਲਾਗੂ ਹੋਊਗਾ। ਇਹ ਹੈ ਕੰਟਰਡਿਕਸ਼ਨ ਆ। ਇਹ ਨਹੀਂ ਹੁੰਦਾ ਵੀ ਏਜੰਡਾ ਤੁਹਾਡਾ ਤੋਂ ਵੱਧ ਕਾਰਗਰ ਤਰੀਕੇ ਨਾਲ ਉਹਨੂੰ ਲਾਗੂ ਕਰਨ ਵਾਲਾ ਕੋਈ ਹੋਰ ਹੋਵੇ। ਇਹ ਇੱਕ ਇਤਿਹਾਸਕ ਸਮਝੌਤਾ, ਆਪਣੇ ਆਪ 'ਚ ਇਤਿਹਾਸਕ ਗੱਲ ਹੋਈ ਆ। ਸੋ ਇਸ ਕਰਕੇ ਸਿੱਧੂ ਸਾਹਿਬ ਨੇ, ਜਿਵੇਂ ਉਹ ਇੱਕ ਪਹਿਲਾਂ ਇੱਕ ਕਹਾਵਤ ਆ ਨਾ ਜੀ, ਘਰੋਂ ਗਏ ਅਸੀਂ ਫਰੰਗੀ ਨੂੰ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾਏ। ਸਿੱਧੂ ਸਾਹਿਬ ਨੇ ਲੜਾਈ ਆਪਣੇ ਤਰੀਕੇ ਨਾਲ ਲੜੀ ਆ। ਦੇਖੋ, ਲੜਾਈਆਂ ਦੋ ਤਰ੍ਹਾਂ ਲੜੀਆਂ ਜਾਂਦੀਆਂ ਹੁੰਦੀਆਂ। ਇੱਕ ਤਾਂ ਅੰਦੋਲਨ ਹੋਵੇ, ਅੰਦੋਲਨ ਦੇ ਆਧਾਰ ਤੇ ਤੁਸੀਂ ਕੋਈ ਆਈਡੀਆ, ਕੋਈ ਗੱਲ ਅੱਗੇ ਵਧਾ ਰਹੇ ਹੋਵੋ, ਉਹਦੇ ਆਧਾਰ ਤੇ ਫਿਰ ਉਹਨੂੰ ਮੋੜਾ ਦੇਣਾ ਬੜਾ ਸੌਖਾ ਹੁੰਦਾ। ਇੱਕ ਤੁਸੀਂ ਵਿਦਿਨ ਪਾਰਟੀ ਵਿਚਾਰਾਂ ਦੀ ਲੜਾਈ ਲੜ ਰਹੇ ਹੋਵੋ, ਤੇ ਅਧਿਕਾਰ ਤੁਸੀਂ ਦਿੱਤਾ ਹੋਇਆ ਕੇਂਦਰੀ ਹਾਈ ਕਮਾਂਡ ਨੂੰ ਵੀ ਜੋ ਫੈਸਲਾ ਕਰੂ ਸਾਨੂੰ ਮਨਜ਼ੂਰ ਹੋਊ।
ਤੇ ਤੁਸੀਂ ਇਸ ਹੱਦ ਤੱਕ ਚਿਹਰੇ ਦੀ ਗੱਲ ਤੇ ਜ਼ੋਰ ਦਿੰਦੇ ਹੋ ਜਿਹਦੇ ਵਿੱਚੋਂ ਇਹ ਪ੍ਰਭਾਵ ਵੀ ਬਣਦਾ। ਚਾਹੇ ਤੁਸੀਂ ਕਹਿ ਦਿੰਦੇ ਹੋ ਵੀ ਜਿਹਨੂੰ ਮਰਜ਼ੀ ਬਣਾ ਦਿਓ, ਪਰ ਤੁਹਾਡੇ ਗੱਲ ਕਹਿਣ ਦੇ ਅੰਦਾਜ਼ ਚੋਂ ਉਹਦਾ ਪ੍ਰਭਾਵ ਇਹ ਬਣਦਾ ਤੇ ਦੂਜਿਆਂ ਨੂੰ ਕੱਢਣ ਦਾ ਮੌਕਾ ਮਿਲ ਜਾਂਦਾ ਵੀ ਇਹ ਸਿਰਫ ਮੁੱਖ ਮੰਤਰੀ ਬਣਨਾ ਚਾਹੁੰਦਾ। ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਦੇ ਨਾਂ ਤੇ ਉਹ ਏਜੰਡਿਆਂ ਦੀ ਲੜਾਈ ਆ ਜਿਹੜੀ ਉਹਨੂੰ ਪਿੱਛੇ ਕਰਦੇ ਆ। ਸੋ ਇਸ ਕਰਕੇ ਇਸ ਹਾਲਤ ਦੇ ਵਿੱਚ ਜਦੋਂ ਤੁਸੀਂ ਇੱਕ ਨਵਾਂ ਲਿਖਿਆ ਪਾੜਨਾ ਹੋਵੇ, ਉਹ 'ਚ ਜ਼ੋਰ ਵੀ ਲੱਗਦਾ, ਅਪਸ ਐਂਡ ਡਾਊਨ ਵੀ ਆਉਂਦੇ ਨੇ, ਤੇ ਸਾਰੇ ਵਿਰੋਧੀਆਂ ਨੇ, ਚਾਹੇ ਉਹ ਕਾਂਗਰਸ ਵਾਲੇ ਨੇ ਚਾਹੇ ਬਾਹਰਲੇ ਨੇ, ਅੱਜ ਤੱਕ ਕਿਸੇ ਦੀ ਜ਼ਰੂਰਤ ਨਹੀਂ ਪਈ, ਕਿਸੇ ਨੇ ਇਹ ਨਹੀਂ ਕਿਹਾ ਵੀ ਸਿੱਧੂ ਦਾ ਏਜੰਡਾ ਗਲਤ ਆ ਜਾਂ ਇਹ ਪੂਰਾ ਨਹੀਂ ਹੋ ਸਕਦਾ ਜਾਂ ਇਹ ਲਾਗੂ ਨਹੀਂ ਹੋ ਸਕਦਾ। ਸਿਰਫ ਸਿੱਧੂ ਤੂੰ ਤੜਕ ਕਰਦਾ ਜੀ, ਸਿੱਧੂ ਬੜਬੋਲਾ ਜੀ, ਸਿੱਧੂ ਐਂ ਕਰਦਾ ਜੀ। ਦੇਖੋ ਇੱਕ ਬੰਦਾ ਜਦੋਂ ਲੜ ਰਿਹਾ ਨਾ ਜੀ, ਇੱਕ ਬੈਠੇ ਕਿਨਾਰੇ ਸਾਹਿਲ ਪੇ ਤੂਫਾਨ ਦਾ ਨਜ਼ਾਰਾ ਲੈਤੇ ਹੈ, ਉਹ ਤਾਂ ਉਪਦੇਸ਼ ਦੇਣਗੇ ਦੇਖੋ ਜੀ ਐ ਨਹੀਂ ਕਹਿਣਾ ਚਾਹੀਦਾ ਸੀ, ਐ ਨਹੀਂ ਕਹਿਣਾ ਚਾਹੀਦਾ। ਠੀਕ ਆ, ਕਈ ਗੱਲਾਂ ਹੁੰਦੀਆਂ ਨੇ, ਰਾਹੁਲ ਗਾਂਧੀ ਨੇ ਵੀ ਕਿਹਾ, ਜਜ਼ਬਾਤੀ ਹੋ ਜਾਂਦੇ ਨੇ, ਕਹਿੰਦੇ ਹੋ ਜਾਂਦੇ ਨੇ, ਫਿਰ ਕੀ ਗੱਲ ਆ। ਸਭ ਇਹ ਸਵਾਲ ਹੈ ਕਿ ਚਿਹਰੇ ਤੋਂ ਪਿੱਛੇ ਕਿਉਂ ਰਹਿ ਗਏ ਨੇ ਕਿ ਹਾਈ ਕਮਾਂਡ ਨੂੰ ਸਿੱਧੂ ਸਾਹਿਬ ਸੈੱਟ ਨਹੀਂ ਬੈਠ ਰਹੇ ਸਨ, ਕਿ ਉਹਨਾਂ ਦੀ ਬੋਲਬਾਣੀ ਤੋਂ ਹਾਈ ਕਮਾਂਡ ਨੂੰ ਲੱਗਿਆ ਨਹੀਂ। ਜੇ ਇਹ ਚਿਹਰਾ ਬਣਨਗੇ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਆਪਸੀ ਖਿੱਚਾਤਾਣੀ ਹੈਗੀ ਕਾਂਗਰਸ ਦੇ ਲੀਡਰਾਂ ਦੀ ਉਹ ਬਰਕਰਾਰ ਰਹੂਗੀ। ਨਹੀਂ, ਮੈਂ ਬਾਰ-ਬਾਰ ਇਹ ਕਹਿੰਦਾ ਰਿਹਾ, ਕਾਂਗਰਸ ਪਾਰਟੀ ਨੂੰ ਸਿੱਧੂ ਦੀ ਲੋੜ ਆ, ਪੰਜਾਬ 'ਚ ਵੀ ਲੋੜ ਆ। ਕੈਪਟਨ ਜਦੋਂ ਲਾਹਿਆ ਉਦੋਂ ਇਹੀ ਸੀ ਵੀ ਇਹਦੇ ਹੁੰਦੇ ਜਿੱਤ ਨਹੀਂ ਸਕਦੇ, ਜਿਤਾਉਣ ਲਈ ਸਿੱਧੂ ਜ਼ਰੂਰੀ ਆ। ਇਹ 2024 ਦੇ ਵਿੱਚ ਵੀ ਲੋੜ ਆ, ਪਰ ਜਿਹੜਾ ਸਿੱਧੂ ਏਜੰਡਾ ਪੇਸ਼ ਕਰ ਰਿਹਾ ਉਹ ਕਾਂਗਰਸ ਦੇ ਹਲਕ ਤੋਂ ਹੇਠਾਂ ਨਹੀਂ ਉਤਰ ਰਿਹਾ। ਇਹ ਲੜਾਈ ਸੀ, ਲੜਾਈ ਮੰਤਰੀ ਮੰਡਲ ਬਦਲਣ ਵੇਲੇ ਵੀ ਆਈ, ਉਦੋਂ ਅਮਰਿੰਦਰ ਦਾ ਡਰ ਦਿਖਾ ਕੇ ਜਿੰਨੀ ਤਬਦੀਲੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਫਿਰ ਟਿਕਟਾਂ ਦੀ ਵੰਡ ਵੇਲੇ ਵੀ ਆਈ ਵੀ ਜੇ ਤੁਸੀਂ ਟਿਕਟਾਂ ਬਦਲੀਆਂ ਤਾਂ ਅਮਰਿੰਦਰ ਵਾਲੇ ਪਾਸੇ ਜਾ ਸਕਦੇ ਆ। ਹੁਣ ਜਿਹੜੀ ਕਾਂਗਰਸ ਆ ਬਹੁਤ ਚਿਰ ਤਾਂ ਇਸ ਤਰ੍ਹਾਂ ਹੀ ਕਰਦੇ ਰਹੇ ਵੀ ਇਹ ਤਾਂ ਸਿੱਧੂ ਦਾ ਏਜੰਡਾ ਜੀ। ਫਿਰ ਇਹ ਆਇਆ, ਸਿੱਧੂ ਨੇ ਜਦੋਂ ਕਹੇ ਵੀ ਕਾਂਗਰਸ ਦਾ ਏਜੰਡਾ ਜਿਹੜਾ ਮੈਂ ਬੋਲਦਾ, ਫਿਰ ਜਲੰਧਰ ਮੀਟਿੰਗ ਹੋਈ, ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਹ ਵਿਜ਼ਨ ਕਾਂਗਰਸ ਦਾ ਵਿਜ਼ਨ ਆ, ਮੈਨੀਫੈਸਟੋ ਦਾ ਹਿੱਸਾ ਹੋਊਗਾ। ਇਹ ਆਪਦੇ ਆਪ 'ਚ ਇਹ ਬਹੁਤ ਵੱਡੀ ਪ੍ਰਾਪਤੀ ਆ। ਇਹਨੂੰ ਸਿਰਫ ਜੇ ਤੁਸੀਂ ਅਹੁਦੇ ਦੀ ਲੜਾਈ ਤੱਕ ਸੀਮਿਤ ਕਰ ਦੋਗੇ ਫਿਰ ਉਹੀ ਗੱਲ ਹੋਣੀ ਆ ਵੀ ਤੁਸੀਂ ਬੰਦੇ ਦੇ ਬੰਦੇ ਜਾਂ ਬੰਦੇ ਦੇ ਵਿਰੋਧੀ ਹੋ ਜਾਂਦੇ ਹੋ। ਫਿਰ ਤੁਸੀਂ ਵਿਚਾਰ ਆ ਜਿਹੜਾ ਉਹਦੀ ਜਿਹੜੀ ਮਹੱਤਤਾ, ਸੰਵਾਦ ਦੀ ਮਹੱਤਤਾ, ਬਦਲਾਅ ਦੀ ਮਹੱਤਤਾ, ਉਹਦੇ ਖਾਤਰ ਅਲਟਰਨੇਟਿਵ ਬਦਲ ਪੇਸ਼ ਕਰਨ ਦੀ ਮਹੱਤਤਾ, ਕਿਉਂਕਿ ਪੰਜਾਬ ਦਾ ਦੁਖਾਂਤ ਇਹੀ ਆ। ਪੰਜਾਬ ਨੇ ਨਾਬਰੀ ਬੜੀ ਕੀਤੀ ਆ, ਪੰਜਾਬ ਲੜਿਆ, ਕਮਾਲ ਦੀਆਂ ਲੜਾਈਆਂ ਲੜਿਆ, ਪਰ ਪੰਜਾਬ ਬਦਲ ਪੇਸ਼ ਕਰਨ 'ਚ ਹਮੇਸ਼ਾ ਮਾਰ ਖਾਂਦਾ ਰਿਹਾ। ਚਾਹੇ 1947 ਦੀ ਗੱਲ ਹੋਵੇ, ਚਾਹੇ ਪੰਜਾਬੀ ਸੂਬਾ ਬਣਾਉਣ ਵੇਲੇ ਦੀ ਗੱਲ ਹੋਵੇ, ਚਾਹੇ ਅੱਜ ਜਦੋਂ ਸਾਰੇ ਕਹਿੰਦੇ ਆ ਬਦਲਾਅ ਦੀ ਸਿਆਸਤ ਦੀ ਲੋੜ ਆ, ਤਾਂ ਬਦਲਾਅ ਦੀ ਸਿਆਸਤ ਜਿਹੜੀ ਕਿੱਥੇ ਹੈ? ਤੁਸੀਂ ਕਹਿੰਦੇ ਵੀ ਸਿੱਧੂ ਸਾਹਿਬ ਦੇ ਏਜੰਡੇ ਹਾਈ ਕਮਾਂਡ ਨੂੰ ਜਿਹੜੇ ਨੇ ਉਹ ਪ੍ਰਵਾਨ ਨਹੀਂ ਹੋ ਸਕਦੇ, ਪਰ ਜੋ ਸਿੱਧੂ ਸਾਹਿਬ ਗੱਲ ਰੱਖਦੇ ਸੀ ਉਹ ਕਹਿੰਦੇ ਸੀ ਕਿ ਮੈਂ ਹਾਈ ਕਮਾਂਡ ਕੋਲੋਂ ਚੀਜ਼ਾਂ ਪੁੱਛ ਕੇ ਆਇਆ, ਇਸ ਤਰੀਕੇ ਨਾਲ ਪਾਲਿਸੀ ਨਾਲ ਪੰਜਾਬ ਬਦਲੂਗਾ। ਨਹੀਂ, ਹਾਈ ਕਮਾਂਡ ਨੂੰ ਪ੍ਰਵਾਨ ਨੇ ਏਜੰਡੇ। ਅੱਜ ਵੀ ਜਦੋਂ ਮੁੱਖ ਮੰਤਰੀ ਦਾ ਚਿਹਰਾ ਚੰਨੀ ਸਾਹਿਬ ਨੂੰ ਹਲਾਉਂਦੇ ਆ, ਇਹੀ ਕਿਹਾ ਏਜੰਡਾ ਇਹੀ ਹੋਊਗਾ, ਵਿਜ਼ਨ ਇਹੀ ਹੋਊਗਾ ਸਿੱਧੂ ਸਾਹਿਬ ਵਾਲਾ, ਇਸੇ ਨੂੰ ਲਾਗੂ ਕੀਤਾ ਜਾਊਗਾ। ਸਿੱਧੂ ਸਾਹਿਬ ਦਾ ਹੁਕਮ ਚਲੋ ਕਹਿਣ 'ਚ ਕਈ ਵਾਰ ਗੱਲਾਂ ਇਸ ਤਰ੍ਹਾਂ ਹੋ ਜਾਂਦੀਆਂ ਨੇ, ਜਦੋਂ ਸੱਤਾ ਹੁੰਦੀ ਆ ਕਸ਼ਮਕਸ਼ ਫੇਰ ਚੱਲਦੀ ਆ, ਪਰ ਜਿਹੜੀ ਪੰਜਾਬ ਦੀ ਕਾਂਗਰਸ ਆ ਉਹ ਉਸ ਏਜੰਡੇ ਨੂੰ ਅਪਣਾਉਣ ਨੂੰ ਤਿਆਰ ਨਹੀਂ, ਕਿਉਂਕਿ ਇਹਨਾਂ ਦੀ ਕਾਰਜਸ਼ੈਲੀ, ਇਹਨਾਂ ਦਾ ਸਾਰਾ ਜਿਹੜਾ ਵਰਤਾਅ ਹੁਣ ਤੱਕ ਸਿੱਧੂ ਦਾ ਏਜੰਡਾ ਜੇ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਮੰਤਰੀ ਮੰਡਲ 'ਚ, ਉਹੀ ਮੰਤਰੀ ਨੇ ਨਾ ਜਿਹੜੇ ਰੱਦ ਕਰਾਉਂਦੇ ਸੀ ਅਮਰਿੰਦਰ ਦੇ ਨਾਲ ਖੜ ਕੇ, ਉਹਨਾਂ ਨੇ ਏਜੰਡਾ ਨਹੀਂ ਅਪਣਾਇਆ, ਕਿਉਂਕਿ ਸਿੱਧੂ ਦਾ ਏਜੰਡਾ ਦੁਕਾਨਦਾਰੀਆਂ ਬਹੁਤ ਬੰਦ ਕਰਾਉਂਦਾ, ਚਾਹੇ ਕਿਸੇ ਦੀ ਛੋਟੀ ਆ, ਚਾਹੇ ਇਲਾਕਾ ਇੰਚਾਰਜ ਆ, ਚਾਹੇ MLA ਆ, ਚਾਹੇ ਕੋਈ ਚੇਅਰਮੈਨ ਆ, ਚਾਹੇ ਮੰਤਰੀ ਆ, ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਆਹ ਕੁਛ ਐਂ ਕਰਨਾ ਤੇ ਦੁਕਾਨਦਾਰੀਆਂ ਬੰਦ ਹੋਣਗੀਆਂ ਨਾ ਜੀ। ਇਹ ਫਿਰ ਜਿਹੜਾ ਮਾਫੀਆ ਹਵਾ 'ਚ ਤਾਂ ਹੈ ਨਹੀਂ ਜੀ, ਤੁਹਾਡੇ ਸੋਚ ਦੇ ਅੰਦਰ ਰਚਿਆ ਹੋਇਆ, ਅਮਲ ਦੇ ਵਿੱਚ, ਤੁਹਾਡੀਆਂ ਕਾਰਵਾਈਆਂ ਦੇ ਵਿੱਚ ਰਚਿਆ ਹੋਇਆ। ਸੋ ਇਸ ਕਰਕੇ ਇੱਕ ਤਾਂ ਇਹ ਪੱਖ ਸੀ ਵੱਡਾ। ਦੂਜਾ, ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਉਦੋਂ ਵੀ ਮੁੱਦਿਆਂ ਦੀ ਥਾਂ ਤੇ ਦਲਿਤ ਕਾਰਡ ਨੂੰ ਬਹੁਤ ਜ਼ੋਰ ਨਾਲ ਵਧਾ ਕੇ ਪੇਸ਼ ਕੀਤਾ। ਦੇਖੋ ਆਪਦੇ ਆਪ 'ਚ ਇਤਿਹਾਸਕ ਗੱਲ ਸੀ, ਇੱਕ ਪਾਰਟੀ ਵੱਲੋਂ ਦਲਿਤ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ। ਹਾਲਾਂਕਿ ਚੰਨੀ ਨੇ ਦਲਿਤ ਵਾਲੀ ਗੱਲ ਘੱਟ ਕੀਤੀ ਆ, ਗਰੀਬ ਵਾਲੀ ਵੱਧ ਕੀਤੀ ਆ, ਪਰ ਪਾਰਟੀ ਨੇ ਤੇ ਬਾਕੀ ਜਿਨ੍ਹਾਂ ਨੇ ਸਿੱਧੂ ਦੇ ਬਰਾਬਰ ਇੱਕ ਕੈਂਡੀਡੇਟ ਉਭਾਰਨਾ ਸੀ, ਉਹਨਾਂ ਨੇ ਪੂਰੀ ਜ਼ੋਰ ਨਾਲ ਦਲਿਤ ਏਜੰਡਾ ਚਰਨਜੀਤ ਨੂੰ ਉਹਦੇ ਬਰਾਬਰ ਉਭਾਰਨ ਦੀ ਕੋਸ਼ਿਸ਼ ਕੀਤੀ। ਉਹਨੇ ਉੱਭਰਨਾ ਵੀ ਸੀ ਕਿਉਂਕਿ ਫੈਸਲੇ ਲੈਣ ਦੀ ਤਾਕਤ ਉਹਦੇ ਕੋਲੇ ਸੀ, ਉਹ ਮੁੱਖ ਮੰਤਰੀ ਸੀ, ਤੇ ਮੁੱਖ ਮੰਤਰੀ ਤੋਂ ਕੰਮ ਵੀ ਮਤਲਬ ਪੂਰੇ ਕਾਗਜ਼ਾਂ ਤੇ ਦਸਤਖਤ ਵੀ ਆਹ ਮੰਤਰੀ ਨੇ ਆਪਦਾ ਜਵਾਈ ਲਵਾ ਲਿਆ, ਇਹਨੇ ਭਾਣਜਾ ਲਵਾ ਲਿਆ, MLA ਨੇ ਪੁੱਤ ਲਵਾ ਲਿਆ, ਉਸ ਪੱਖੋਂ ਵੀ ਮਤਲਬ ਬਹੁਤ
ਕੰਮ ਚੱਲਿਆ ਜੋ ਨਿਯੁਕਤੀਆਂ ਹੋਈਆਂ ਨੇ। ਸੋ ਇਹ ਏਜੰਡਾ ਸੀ ਜਿਹੜਾ ਹੁਣ ਇਹ ਸਾਹਮਣੇ ਆ ਗਿਆ ਸੀ। ਜੇ ਮੈਂ ਇੱਕ ਪੋਸਟ ਵੀ ਲਿਖੀ ਸੀ ਬਈ ਹਾਈ ਕਮਾਂਡ ਦੀ ਹਾਲਤ ਉਹ ਬਣ ਗਈ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਜੇ ਇਹਨੂੰ ਹਟਾਉਂਦੇ ਆ ਤਾਂ ਵੀ ਪੰਗਾ, ਜੇ ਰੱਖਦੇ ਆ ਤਾਂ ਵੀ ਪੰਗਾ। ਫਿਰ ਇਹ ਇੱਕ ਸਮਝੌਤਾ ਹੋਇਆ ਵੀ ਏਜੰਡਾ ਸਿੱਧੂ ਦਾ ਹੋਊਗਾ, ਇਸੇ ਤੇ ਚੋਣਾਂ ਲੜੀਆਂ ਜਾਣਗੀਆਂ, ਇਸੇ ਤੇ ਸਰਕਾਰ ਬਣੂ, ਇਸੇ ਨੂੰ ਲਾਗੂ ਕੀਤਾ ਜਾਊ। ਅੱਛਾ, ਜੋ ਵੀ ਏਜੰਡੇ ਨੇ ਸਿੱਧੂ ਸਾਹਿਬ ਦੇ, ਕਿ ਜੋ ਕਾਂਗਰਸ ਉਮੀਦਵਾਰ ਨੇ ਇਸ ਸਮੇਂ ਪੰਜਾਬ ਦੇ ਵਿੱਚ ਜਾਂ ਮੰਤਰੀ ਮੰਡਲ ਵਿੱਚ ਜੋ ਜਿੰਨੇ ਵੀ ਹੈਗੇ ਨੇ ਵਿਅਕਤੀ, ਉਹਨਾਂ ਨੂੰ ਐਕਸੈਪਟ ਹੈਗਾ ਜੋ ਸਿੱਧੂ ਸਾਹਿਬ ਬੋਲਦੇ ਨੇ? ਕਿਉਂਕਿ ਕੋਈ ਵੀ ਸਿੱਧੂ ਸਾਹਿਬ ਦਾ ਏਜੰਡਾ ਬਾਕੀ ਕਾਂਗਰਸ ਦੇ ਲੀਡਰ ਨਹੀਂ ਬੋਲਦੇ ਪੰਜਾਬ ਦੇ। ਤਬਦੀਲੀ ਦਾ ਦੌਰ ਆ, ਸੋਚ ਬਦਲਣੀ, ਬਿਹਾਰ ਬਦਲਣਾ, ਅਮਲ ਬਦਲਣਾ, ਇਹ ਤਬਦੀਲੀ ਲਈ ਲੜਾਈ ਆ, ਇਹ ਲੜਾਈ ਚੱਲਣੀ ਆ। ਜਿਹੜਾ ਕਾਂਗਰਸ ਦਾ ਮੈਨੀਫੈਸਟੋ ਆ ਗਿਆ ਉਹ ਤਾਂ ਸਾਰਿਆਂ ਨੂੰ ਬੋਲਣਾ ਹੀ ਪੈਣਾ ਨਾ ਜੀ। ਫਿਰ ਉਹ 'ਚ ਕਿੰਨਾ ਕੁ ਜੋ ਸਿੱਧੂ ਸਾਹਿਬ ਨੇ ਮੁੱਦੇ ਉਭਾਰੇ ਨੇ, ਐਂ ਤਾਂ ਨਹੀਂ ਹੋ ਸਕਦਾ ਵੀ ਉਦੋਂ ਬਿਨਾਂ ਬਾਹਰ ਕੋਈ ਗੱਲ ਨਹੀਂ ਹੋਊ। ਜੇ ਉਹ ਸੈਂਟਰ ਪੁਆਇੰਟ ਹੋਆ, ਆਲੇ ਦੁਆਲੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਹੋ ਸਕਦਾ ਇੱਕ ਅੱਧੀ ਉਹਨਾਂ 'ਚੋਂ ਰਹਿ ਜੇ ਜਾਂ ਘੱਟ ਵੱਧ ਕਰ ਦੇਣ। ਇੰਝ ਦੇਖੋ, ਪਾਰਟੀ ਦੇ ਵਿੱਚ ਤੁਸੀਂ ਸਮੂਹਕ ਰਜਾ ਨਾਲ ਚੱਲਣਾ ਹੁੰਦਾ, ਮਤਲਬ ਸਮੂਹਕ ਸਿਆਣਪ ਵੀ ਇਕੱਠੀ ਕਰਨੀ ਹੁੰਦੀ ਆ, ਉਹਦੇ ਵਿੱਚ ਤਬਦੀਲੀਆਂ ਹੋ ਜਾਂਦੀਆਂ। ਪਰ ਜੋ ਏਜੰਡਾ ਹੋਊਗਾ ਫਿਰ ਉਸੇ ਤੇ ਲਾਗੂ ਹੋ, ਉਹ ਉਸੇ ਤੇ ਮੰਨ ਲਓ। ਹੁਣ ਤਾਂ ਹੈ ਨਾ ਵੀ ਸਰਕਾਰ ਬਣਦੀ ਆ ਕਿ ਨਹੀਂ ਬਣਦੀ, ਸਿੱਧੂ ਸਾਹਿਬ ਜਿੱਤਦੇ ਆ ਕਿ ਨਹੀਂ ਜਿੱਤਦੇ ਆ, ਜੇ ਨਾਲ ਬਹੁਤ ਗੱਲਾਂ ਹੋ ਸਕਦੀਆਂ। ਮੰਨ ਲਵੋ ਸਰਕਾਰ ਬਣ ਜਾਂਦੀ ਆ ਜਾਂ ਕਾਂਗਰਸ ਵਿਰੋਧੀ ਧਿਰ 'ਚ ਰਹਿ ਜਾਂਦੀ ਆ, ਪਰ ਲੜਾਈ ਤਾਂ ਉਹੀ ਏਜੰਡੇ ਖਾਤਰ ਲੜੂ ਨਾ ਜਿਹੜੇ ਮੈਨੀਫੈਸਟੋ ਤੇ ਉਹ ਜਿੱਤ ਕੇ ਆਈ ਆ। ਤੇ ਇਸ ਕਰਕੇ ਸੰਘਰਸ਼ ਜਾਰੀ ਰਹੂ। ਦੇਖੋ, ਸਿੱਧੂ ਸਾਹਿਬ ਨੇ ਇੱਕ ਰਾਹ ਚੁਣਿਆ ਸੀ ਤਬਦੀਲੀ ਦਾ। ਮੈਂ ਉਦੋਂ ਤੋਂ ਕਿਹਾ ਸੀ, ਤੁਹਾਨੂੰ ਯਾਦ ਹੋਊ, ਹਮੇਸ਼ਾ ਕਹਿੰਦਾ ਰਿਹਾ, ਕੋਈ ਕਹਿੰਦਾ ਆਪ 'ਚ ਜਾਊ, ਕੋਈ ਹੁਣ ਕਹੀ ਜਾਂਦੇ ਨੇ ਬੰਬੇ ਜਾਊ। ਬੌਧਿਕ ਤੌਰ ਤੇ ਕੰਗਾਲੀ ਸਾਡੀ ਇੰਨੀ ਛਾਈ ਹੋਈ ਆ ਲੋਕਾਂ ਦੀ, ਮਤਲਬ ਤੁਸੀਂ ਸੋਚ ਨਹੀਂ ਸਕਦੇ ਵੀ ਕੀ ਗੱਲ ਆ। ਉਹ ਤਾਂ ਕਹਿੰਦੇ ਕਮਲ, ਉਹਦੇ ਕਿਹੜਾ ਸ਼ੋਅ ਸੀ ਜੀ ਉਹ ਹਾਸੇ ਵਾਲਾ, ਕਪਿਲ ਸ਼ਰਮਾ ਦੇ ਸ਼ੋਅ 'ਚ ਜਾਊ, ਹੁਣ ਇਹ ਫਲਾਨੇ ਦੇ ਵਿੱਚ ਜਾਊਗਾ, ਕਿਉਂਕਿ ਬੇਭਰੋਸਗੀ ਬਹੁਤ ਵੱਡੀ ਹੋਈ ਆ। ਪਰ ਮੈਂ ਤੁਹਾਨੂੰ ਦੱਸਦਾ, ਜਿੰਨਾ ਮੇਰਾ ਸਿੱਧੂ ਨਾਲ ਜਿੰਨਾ ਕੁ ਵਾਹ ਪਿਆ, ਉਹ ਬੰਦਾ ਮਨ, ਬਚਨ ਤੇ ਕਰਮ ਦਾ ਸ਼ੁੱਧ ਆ। ਉਹ ਆਪਣੀ ਗੱਲ ਤੇ ਦ੍ਰਿੜਤਾ ਨਾਲ ਡਟਿਆ ਹੋਇਆ। ਉਹ ਕਾਂਗਰਸ ਦੇ ਵਿੱਚ ਰਹੇ, ਕਾਂਗਰਸ ਉਹਨੂੰ ਸਕੋਪ ਨਹੀਂ ਦਿੰਦੀ ਅੱਡ ਪਾਰਟੀ ਬਣਾਵੇ। ਉਹ ਪੰਜਾਬ ਦੇ ਏਜੰਡੇ ਤੇ ਖੜ ਕੇ ਪੰਜਾਬ ਦੀ ਸਿਆਸੀ ਲੜਾਈ ਲੜੂ। ਉਹ ਛੇਤੀ ਕਰਕੇ ਇਹਨੂੰ ਛੱਡਣ ਵਾਲਾ ਨਹੀਂ, ਮੇਰਾ ਇਹ ਭਰੋਸਾ। ਅੱਜ ਇਹ ਮੈਂ ਸੁਣਿਆ, ਅੱਜ ਉਹ ਆਪਦੇ ਹਲਕੇ ਦੇ ਵਿੱਚ ਨਿਕਲਿਆ, ਆਪਣਾ ਕੰਪੇਨ ਤੇ ਨਿਕਲਿਆ, ਉਹਨੇ ਇਹੀ ਗੱਲ ਫੇਰ ਦੁਹਰਾਈ ਆ, ਪੰਜਾਬ ਏਜੰਡੇ ਲਈ, ਪੰਜਾਬ ਦੀ ਬਿਹਤਰੀ ਲਈ ਜੰਗ ਜਾਰੀ ਰਹੂ, ਕਿਸੇ ਵੀ ਰੂਪ 'ਚ ਰਹੇ, ਕਿਸੇ ਵੀ ਥਾਂ ਤੇ ਰਹੋ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੇ ਜਿਹੜੀਆਂ ਸਾਹਮਣੇ ਆ ਜਾਣ। ਅੱਛਾ, ਜਦ ਸੀਐਮ ਚੰਨੀ ਸਾਹਿਬ ਨੂੰ ਕਾਂਗਰਸ ਦਾ ਚਿਹਰਾ ਐਲਾਨਣਾ ਇਹ ਜ਼ਰੂਰੀ ਸੀ ਕਿ ਕਿਤੇ ਨਾ ਕਿਤੇ ਲੱਗਦਾ ਵੀ ਇਹ ਦਾ ਪਈ ਫਸਦਾ ਸੀ, ਦਲਿਤ ਵੋਟਾਂ ਲੈ ਕੇ ਦਲਿਤ ਕਾਰਡ ਖੇਡਣਾ ਜ਼ਰੂਰੀ ਹੋ ਜਾਂਦਾ ਸੀ? ਦੇਖੋ, ਇਹ ਅੱਡ ਅਸੈਸਮੈਂਟ ਆ। ਚਲੋ, ਕਾਂਗਰਸ ਤਾਂ ਪਾਰਟੀ ਹੈ, ਮਜਬੂਰੀ ਸੀ ਕੋਈ? ਨਹੀਂ, ਕਾਂਗਰਸ ਮਜਬੂਰੀ ਕਹਿ ਸਕਦੇ ਕਾਂਗਰਸ ਪਾਰਟੀ ਦਾ ਮਜਬੂਰੀ ਆ ਬਿਲਕੁਲ। ਜਦੋਂ ਮੈਂ ਸਮਝੌਤੇ ਦੀ ਗੱਲ ਕਹਿਣਾ, ਉਹਦੇ ਵਿੱਚ ਮਜਬੂਰੀ ਆ ਨਾ ਜੀ। ਤੁਸੀਂ ਬੈਲੈਂਸ ਬਣਾ ਕੇ ਰੱਖਣਾ ਸਾਰੇ ਕਾਸੇ ਦੇ ਵਿੱਚ। ਤੇ ਦੂਜੀ ਗੱਲ, ਆਪਾਂ ਇਹਨਾਂ ਦੀ ਤਾਂ ਗੱਲ ਛੱਡੋ, ਤੁਸੀਂ ਅੱਜ ਪੰਜਾਬ ਦੇ ਬੁੱਧੀਜੀਵੀਆਂ ਦੀਆਂ ਗੱਲਾਂ ਸੁਣੋ, ਜਿਹੜੇ ਕਹਿੰਦੇ ਨੇ ਮੁੱਦਿਆਂ ਦੀ ਸਿਆਸਤ ਤੇ ਲੜਨਾ, ਮੁੱਦੇ ਪੰਜਾਬ ਦਾ ਹੱਲ ਆ, ਮੁੱਦਿਆਂ ਤੇ ਸਿਆਸਤ ਹੋਣੀ ਚਾਹੀਦੀ ਆ। ਅੱਜ ਉਹ ਕਾਰਡਾਂ ਗਿਣ ਰਹੇ ਨੇ, ਆਹ ਕਾਰਡ ਨਾਲ ਇੰਨਾ ਫਾਇਦਾ ਹੋ ਜੂ, ਹਿੰਦੂ ਕਾਰਡ ਇੱਧਰ ਜਾਊਗਾ, ਸਿੱਖ ਕਾਰਡ ਇੱਧਰ ਜਾਊਗਾ, ਕਿਸਾਨ ਕਾਰਡ ਇੱਧਰ ਜਾਊਗਾ, ਦਲਿਤ ਕਾਰਡ ਨਾਲ ਇੰਨਾ ਫਾਇਦਾ ਹੋ ਜੂ, ਇੰਨਾ ਨੁਕਸਾਨ ਹੋ ਜੂ। ਤੇ ਕਿੱਧਰ ਗਈ ਮੁੱਦਿਆਂ ਦੀ ਸਿਆਸਤ ਜੀ? ਮੁੱਦਿਆਂ ਬਾਰੇ ਕੋਈ ਗੱਲ ਕਰਦਾ? ਜੇ ਤੁਸੀਂ, ਮੈਂ ਕਹਿੰਦਾ ਦਲਿਤ ਚਿਹਰਾ ਬਣ ਗਿਆ, ਹਿੰਦੂ ਚਿਹਰਾ ਵੀ ਬਣ ਜੇ, ਮੈਂ ਕਹਿੰਦਾ ਕ੍ਰਿਸਚਨ ਚਿਹਰਾ ਵੀ ਬਣ ਸਕਦਾ। ਦਲਿਤਾਂ ਦੇ ਵਿੱਚ ਵੀ ਕਿੰਨੇ ਨੇ ਜੀ, ਵਾਲਮੀਕੀ ਚਿਹਰਾ ਵੀ ਬਣ ਸਕਦਾ ਕੱਲ੍ਹ ਨੂੰ। ਇਹ ਗੱਲ ਤਾਂ ਇਹ ਆ ਵੀ ਉਹ ਮੁੱਦਿਆਂ ਦੀ ਸਿਆਸਤ ਕਿੱਥੇ ਆ? ਜੇ ਸਿਰਫ ਤੁਸੀਂ ਚਿਹਰਿਆਂ ਦੀ ਸਿਆਸਤ ਤੇ, ਇਹਦਾ ਮਤਲਬ ਪੰਜਾਬ ਦੇ ਜਿਹੜੇ ਬੌਧਿਕ ਹਲਕੇ ਨੇ ਉਹਨਾਂ ਤੇ ਵੀ ਬਹੁਤ ਕੰਗਾਲੀ ਛਾਈ ਪਈ ਆ। ਜਿਹੜੇ ਮੁੱਦਿਆਂ ਦੀ ਸਿਆਸਤ ਬਾਕੀ ਤਾਂ ਰੋਲਣਾ ਚਾਹੁੰਦੇ ਆ, ਜਿਹੜੇ ਸਾਹਮਣੇ ਲਿਆ ਰਹੇ ਸੀ ਉਹ ਵੀ ਦੜ ਵੱਟ ਗਏ, ਉਹ ਵੀ ਨਫਾ ਨੁਕਸਾਨ ਗਿਣਨ ਲੱਗ ਗਏ। ਜਿਹੜਾ ਤੁਸੀਂ ਸਵਾਲ ਕੀਤਾ, ਨਫਾ ਹੋਊ ਕਿ ਨੁਕਸਾਨ ਹੋਊ, ਇਹਦਾ ਅਸੈਸਮੈਂਟ ਅੱਡ ਆ। ਪਰ ਜਦੋਂ ਕਿਸੇ ਭਾਈਚਾਰੇ ਦੇ ਵਿੱਚੋਂ ਕੋਈ ਆਗੂ ਸਾਹਮਣੇ ਆਉਂਦਾ, ਉਹਦਾ ਹਾਂ ਪੱਖ ਵੀ ਅਸਰ ਪੈਂਦੀ ਆ। ਉਹ 1% ਪੈਂਦਾ, 5 ਪੈਂਦਾ, 10% ਹੁੰਦਾ। ਹਾਂ, ਮੈਂ ਇਸ ਗੱਲ ਨਾਲ ਨਹੀਂ ਸਹਿਮਤ ਹਾਂ। ਮਤਲਬ ਇੱਕ ਸਾਡੇ ਦੋਸਤ ਨੇ ਜਿਹੜੇ ਕਹਿੰਦੇ ਨੇ 20% ਦਲਿਤ ਵੋਟ ਠੋਕ ਕੇ ਕਾਂਗਰਸ ਨੂੰ ਪਊ। ਦਲਿਤ ਸਿਚੁਏਸ਼ਨ ਪੰਜਾਬ ਦੀ ਹੋਰ ਆ। ਪਹਿਲੀ ਗੱਲ ਆ, ਬਾਰ-ਬਾਰ ਕਹਿੰਦੇ ਆ ਇੱਥੇ ਦਲਿਤ ਉਹ ਜਿਹਾ ਉਤਪੀੜਨ ਦਾ ਸ਼ਿਕਾਰ ਨਹੀਂ ਹੈ ਜਿਹੜਾ ਜਿਹਾ ਮੁਲਕ 'ਚ ਹੋਰ ਪਾਸੇ ਆ। ਦਲਿਤ ਆ ਜਿਹੜਾ ਉਹ ਕਿੰਨੀਆਂ ਥਾਵਾਂ ਤੇ ਵੰਡਿਆ ਹੋਇਆ। ਆਹ ਧਰਮੀ ਵੀ ਨੇ, ਰਾਮਦਾਸੀ ਵੀ ਨੇ, ਉਹਦੇ ਵਿੱਚ ਵਾਲਮੀਕੀ ਵੀ ਨੇ, ਫਿਰ ਉਹਨਾਂ ਦੀ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਗਿਣਤੀ ਆ। ਕਿਸੇ ਦੇ ਸ਼ਹਿਰਾਂ 'ਚ ਆ, ਕੋਈ ਉੱਥੇ ਆ, ਕੋਈ ਉੱਥੇ ਆ, ਕੋਈ ਉੱਥੇ ਆ। ਸੋ ਇਸ ਕਰਕੇ ਮੈਨੂੰ ਇਹ ਲੱਗਦਾ, ਜੇ ਤਾਂ ਇਹੀ ਐਡਾ ਵੱਡਾ ਕਾਰਡ ਹੋਵੇ ਫਿਰ ਤਾਂ ਡਾਇਰੈਕਸ਼ਨ ਵੀ ਵੱਡਾ ਹੋਵੇ।
ਕਿਉਂਕਿ ਪੰਜਾਬ ਬਾਬੇ ਨਾਨਕ ਦੇ ਫਲਸਫੇ ਤੇ ਚੱਲਣ ਵਾਲਾ ਪੰਜਾਬ, ਇਸ ਕਰਕੇ ਵੀ ਇੱਕ ਦਲਤ ਆ ਗਿਆ, ਇਸ ਕਰਕੇ ਸਾਰੇ ਇਹਦੇ ਵਿਰੁੱਧ ਇਕੱਠੇ ਹੋ ਜਾਣਗੇ। ਹੁਣੇ ਚਾਹੀਦੇ ਨਹੀਂ, ਮੈਨੂੰ ਲੱਗਦਾ ਹੋਣਗੇ ਵੀ ਨਹੀਂ। ਇੱਕ ਦਲਤ ਆ ਗਿਆ, ਇਸ ਕਰਕੇ ਸਾਰਾ ਵਰਗ ਹੈ ਜਿਹੜਾ ਉਹ ਇਸ ਗੱਲ ਤੇ ਇਕੱਠਾ ਹੋ ਜੂ, ਇਹ ਵੀ ਨਹੀਂ ਹੋਣਾ। ਪੰਜਾਬ ਦੀ ਲੋੜ ਆ ਮੁੱਦਿਆਂ ਦੀ ਸਿਆਸਤ, ਸਮੱਸਿਆਵਾਂ ਨੂੰ ਹੱਲ ਕਰਨ ਦੀ ਰੋਡ ਮੈਪ ਦੀ ਸਿਆਸਤ। ਇਹਨੂੰ ਅਪਣਾਏ ਬਿਨਾ, ਇਹਨੂੰ ਸੰਬੋਧਿਤ ਹੋਏ ਬਿਨਾ ਪੰਜਾਬ ਦਾ ਕਲਿਆਣ ਕਿਸੇ ਪਾਸੇ ਨਹੀਂ ਹੋਣਾ। ਜੇ ਸੋਚ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਿੱਧੂ ਸਾਹਿਬ ਹਾਰ ਜਾਂਦੇ ਨੇ, ਕੀ ਲੱਗਦਾ ਹੈ ਕਿ ਉਹਨਾਂ ਦਾ ਸਿਆਸੀ ਰਸਤਾ ਬੰਦ ਹੋ ਜਾਊਗਾ? ਕਿੰਨੇ ਲੋਕ ਕਿੰਨੀ ਵਾਰ ਹਾਰੇ ਨੇ। ਇੰਦਰਾ ਗਾਂਧੀ ਹਾਰੀ ਆ, ਤੁਸੀਂ ਰਾਹੁਲ ਗਾਂਧੀ ਬੇਟੀ ਤੋਂ ਹਾਰਿਆ। ਮਤਲਬ ਸੰਘਰਸ਼ਾਂ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਇਹਦੇ ਨਾਲ ਨਹੀਂ ਰਸਤੇ ਬੰਦ ਹੁੰਦੇ। ਜੇ ਤਾਂ ਤੁਹਾਡਾ ਮਕਸਦ ਕੀ ਆ, ਜੇ ਤਾਂ ਤੁਹਾਡਾ ਮਕਸਦ ਇਹ ਹੈ ਵੀ ਕਰੋੜ ਲਾ ਕੇ 20 ਕਰੋੜ ਕਮਾਉਣਾ, ਫਿਰ ਤਾਂ ਇੱਕ ਦੋ ਵਾਰ ਹਾਰ ਗਏ, 2 ਵਾਰ ਹਾਰ ਗਏ, ਫਿਰ ਤਾਂ ਤੁਹਾਨੂੰ ਲੱਗੂ ਘਾਟੇ ਦਾ ਸੌਦਾ। ਜਿਹਦਾ ਮਕਸਦ ਆ ਮੈਂ ਤਬਦੀਲੀ ਲਿਆਉਣੀ ਆ, ਉਹ 20 ਵਾਰ ਹੋ ਰਹੂ। ਜਿਵੇਂ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਨਾ, ਸੱਚਾ ਜਿਹੜਾ ਉਹਨੂੰ ਤੜਫਾਇਆ ਤਾਂ ਜਾ ਸਕਦਾ, ਪ੍ਰਤਾੜਿਤ ਸ਼ਬਦ ਵਰਤਦਾ ਹੁੰਦਾ, ਉਹਨੂੰ ਹਰਾਇਆ ਨਹੀਂ ਜਾ ਸਕਦਾ। ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ। ਮੈਂ ਸੋਸ਼ਲ ਮੀਡੀਆ ਦੇਖਿਆ, ਸਿੱਧੂ ਨੂੰ ਮੁੱਖ ਮੰਤਰੀ ਨਾ ਐਲਾਨਣ ਕਰਕੇ ਸਿੱਧੂ ਪ੍ਰਤੀ ਹਮਦਰਦੀ ਦੀ ਲਹਿਰ ਹੋਰ ਤਿੱਖੀ ਹੋਈ ਆ। ਠੀਕ ਆ, ਬਹੁਤ ਤੌਰ ਤੇ ਕੰਗਾਲ ਲੋਕ ਨੇ ਜਿਹੜੇ ਉਹ ਤਾਂ ਠੋਕੋ ਤਾਲੀ ਕਰਨ ਲੱਗ ਗਏ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸਿੱਧੂ ਦਾ ਏਜੰਡਾ ਅਪਣਾਇਆ ਜਾਣ ਨਾ ਅਪਣਾਏ ਜਾਣ ਨਾਲ ਪੰਜਾਬ ਦਾ ਕੀ ਸੰਬੰਧ ਹੈ, ਕਿਉਂਕਿ ਉਹ ਉਹਨਾਂ ਦੇ ਸਿਆਸਤ ਨਾਲ ਕੋਈ ਤਲਕੇ ਨਹੀਂ। ਉਹ ਤਾਂ ਇਹੀ ਆ ਬੜਬੋਲਾ ਜੀ, ਬੋਲਦਾ ਜੀ, ਐਂ ਕਹਿੰਦਾ ਜੀ, ਪੱਤਰਕਾਰਾਂ ਦੇ। ਹੁਣ ਤੁਸੀਂ ਪੱਤਰਕਾਰ ਹੋ ਜੀ, ਪੱਤਰਕਾਰ ਵੀ ਕਈ ਬੋਲਦੇ ਨੇ ਵੀ ਇਹ ਦੇਖੋ, ਮੈਂ ਮਾਸਟਰ ਆਫ ਜਰਨਲਿਜ਼ਮ ਕੀਤੀ ਆ। ਪੱਤਰਕਾਰਾਂ ਨੂੰ ਪਹਿਲਾਂ ਸਿਖਾਇਆ ਜਾਂਦਾ ਵੀ ਤੁਸੀਂ ਮੂਹਰਲੇ ਨੂੰ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਨਹੀਂ ਕਰ ਸਕਦੇ, ਪੁੱਛ ਸਕਦੇ ਹੋ, ਉਹ ਕਹੋ ਨੋ ਕਮੈਂਟ, ਗੋ ਹੈਡ। ਹੁਣ ਸਾਰਿਆਂ ਨੂੰ ਐਂ ਲੱਗਦਾ ਸਿੱਧੂ ਜਵਾਬ ਨਹੀਂ ਦਿੰਦਾ, ਆਕੜਾ ਉਹਦਾ ਮੌਲਿਕ ਹੱਕ ਆ ਉਹਦਾ ਵੀ ਉਹ ਕਿਸੇ ਦਾ ਜਵਾਬ ਦੇਵੇ ਨਾ ਦੇਵੇ। ਦੂਜੀ ਗੱਲ, ਇੰਟਰਵਿਊ ਦੇਣ ਵਾਲਾ ਕਹਿ ਸਕਦਾ ਅੱਜ ਮੈਂ ਸਿਰਫ ਬਦਲਵੀਂ ਖੇਤੀ ਮਾਡਲ ਬਾਰੇ ਹੀ ਗੱਲ ਕਰੂੰਗਾ। ਜੇ ਪੱਤਰਕਾਰਾਂ ਨੂੰ ਉਹ ਮਾਡਲ ਬਾਰੇ ਅਕਲ ਆ ਤਾਂ ਉਹ ਸਵਾਲ ਕਰਨਗੇ ਵੀ ਕਿਵੇਂ ਲਾਗੂ ਹੋ ਜੂ, ਸਟੇਟ ਕਿਵੇਂ ਕਰ ਲੂ, ਇਹਦਾ ਕਿਵੇਂ ਹੋਊ, ਇਹਦਾ ਕਿਵੇਂ ਹੋਊ। ਪੱਤਰਕਾਰਾਂ ਵੀ ਬਹੁਤ ਤੌਰ ਤੇ ਕੰਗਾਲੀ ਛਾਈ ਹੋਈ ਆ। ਕੰਟਰੋਵਰਸੀ ਕ੍ਰੀਏਟਰ ਨੇ, ਉਹ ਕਹਿੰਦਾ ਅੱਜ ਮੈਂ ਇਹਦੇ ਬਾਰੇ ਗੱਲ ਕਰਨੀ ਆ, ਉੱਥੇ ਚੁੱਪ। ਅੱਛਾ, ਸਿੱਧੂ ਸਾਹਿਬ ਮਜੀਠੀ ਨੇ ਇਹ ਕਿਹਾ, ਫਲਾਣੇ ਨੇ ਇਹ ਕਿਹਾ। ਪੱਤਰਕਾਰ ਪੱਤਰਕਾਰਤਾ ਕਰਨੀ ਤਾਂ ਕੰਟਰੋਵਰਸੀ ਕ੍ਰੀਏਟਰ ਬਣੇ ਹੋਏ ਨੇ। ਇਹ 'ਚ ਇਕੱਲਾ ਸਿੱਧੂ ਦਾ ਕਸੂਰ ਨਹੀਂ, ਜਿਹੜੇ ਰਾਹ ਤੇ ਵਿਗੜੀ ਹੋਈ ਪੱਤਰਕਾਰੀ ਆ, ਜੋ ਚੱਲਣ ਵਿਗੜਿਆ ਹੋਇਆ ਇਹਨਾਂ ਦਾ, ਜਿਹੜਾ ਇਹਨਾਂ ਦੇ ਆਪਦਾ ਵੀ ਕੋਈ ਵੈਲਿਊ ਸਿਸਟਮ ਕੋਈ ਕਿਸੇ ਤਰ੍ਹਾਂ ਦਾ ਹੈ ਨਹੀਂ। ਇਸ ਕਰਕੇ ਪੱਤਰਕਾਰਾਂ ਨੂੰ ਇੰਟਰਵਿਊਆਂ ਲੈਣੀਆਂ ਇਹ ਵੀ ਇੱਕ ਸਟਰਗਲ ਦਾ ਨੁਕਤਾ, ਤੇ ਸਿੱਧੂ ਨੇ ਇਨੀਸ਼ੀਏਟ ਕੀਤਾ। ਨਹੀਂ ਵੱਡੇ ਨੇ ਜਿਹੜੇ ਚਲੋ ਛੱਡੋ ਜੀ, ਰਹਿਣ ਦਿਓ ਜੀ, ਕੋਈ ਨਾ ਜੀ, ਉਹ ਕਹਿੰਦਾ ਨਹੀਂ ਕਾਕਾ ਚੱਲ। ਹੁਣ ਤੂੰ ਸ਼ਬਦ ਆ ਜੀ, ਕਿੰਨਾ ਤੂੰ ਤੜਕ ਕਹਿੰਦਾ ਇਹ ਤੂੰ ਸ਼ਬਦ ਨਰਾਦਰ ਦਾ ਪ੍ਰਤੀਕ ਨਹੀਂ। ਆਪਾਂ ਪਹਿਲੀ ਵਾਰ ਮਿਲਾਂਗੇ, ਤੂੰ ਮੈਨੂੰ ਕਹੇਗਾ ਸਰ, ਮੈਂ ਕਹੂੰ ਹਾਂ ਵਿਜੇ ਜੀ, ਆਪਣੀ ਦੋਸਤੀ ਪੈ ਗਈ, ਮੈਂ ਕਹੂੰ ਤੂੰ ਯਾਰ ਐਵੇਂ ਮਾਰੀ ਜਾਂਦਾ, ਤੂੰ ਯਾਰ, ਤੂੰ ਤਾਂ ਇੱਕ ਨੇੜਤਾ ਦਾ ਸ਼ਬਦ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਦੇਖੋ, ਰੱਬ ਨੂੰ ਤੂੰ ਮੇਰਾ, ਮਾਤਾ ਤੂੰ ਤੇਰਾ, ਕਿੰਨੀ ਵਾਰ ਕਿਹਾ ਗਿਆ। ਮਤਲਬ ਸਾਨੂੰ ਸੋਝੀ ਹੈ ਹੀ ਨਹੀਂ, ਸਾਡੇ ਕੋਲ ਇਨਫੋਰਮੇਸ਼ਨ ਆ, ਜਾਣਕਾਰੀ ਆ, ਅਕਲ ਤਾਂ ਹੈ ਨਹੀਂ। ਜਾਣਕਾਰੀਆਂ ਇਕੱਠੀਆਂ ਕਰਕੇ ਉਹ 'ਚੋਂ ਅਕਲ ਪੈਦਾ ਹੁੰਦੀ ਹੈ। ਸੋ ਇਹ ਸਾਰੇ ਪਾਸੇ ਸਟਰਗਲ ਆ। ਮੈਂ ਨਹੀਂ ਕਹਿੰਦਾ ਸਿੱਧੂ 'ਚ ਕੋਈ ਨੁਕਸ ਨਹੀਂ ਹੋਣਗੇ, ਮੈਂ ਉਹਨਾਂ ਨੂੰ ਕਈ ਸੁਝਾਅ ਦਿੱਤੇ ਆ। ਮੈਂ ਆਪ ਵੀ ਕਿਹਾ ਸਿੱਧੂ ਸਾਹਿਬ ਦੇਖੋ, ਹੁਣ ਤੁਸੀਂ ਕਾਂਗਰਸ ਦੇ ਪ੍ਰਧਾਨ ਬਣ ਗਏ, ਆਹ ਗੱਲ ਤੋਂ ਤੁਹਾਨੂੰ ਬਚਾਅ ਕਰਨਾ ਚਾਹੀਦਾ। ਉਹ ਕਹਿੰਦੇ ਹਾਂ ਭਾਜੀ ਤੁਹਾਡੀ ਗੱਲ ਠੀਕ ਆ। ਫਿਰ ਮੈਂ ਇੱਕ ਦਿਨ ਕਿਹਾ, ਮੈਂ ਉਹ ਕਹਿੰਦੇ ਜੀ ਪਤਾ ਭਾਜੀ ਤੁਹਾਨੂੰ ਸੁਭਾਅ ਬਣਿਆ ਹੋਇਆ, ਨਿਕਲ ਜਾਂਦੀ ਹੈ ਕਿਤੇ ਨਾ ਕਿਤੇ ਗੱਲ। ਸੋ ਹਰ ਇੱਕ ਥਾਂ ਤੇ ਸੁਧਾਰ ਦੀ ਗੁੰਜਾਇਸ਼ ਆ, ਉਹਨਾਂ ਦੇ ਵਿਹਾਰ 'ਚ ਵੀ ਸੁਧਾਰ ਦੀ ਗੁੰਜਾਇਸ਼ ਆ, ਉਹਨਾਂ ਦੇ ਏਜੰਡੇ 'ਚ ਵੀ ਸੁਧਾਰ ਦੀ ਗੁੰਜਾਇਸ਼ ਆ। ਸੋ ਇਹ ਲੜਾਈ ਲੜੀ ਆ ਉਹਨਾਂ ਨੇ ਇੱਕ, ਇਹ ਲੜਾਈ ਤੋਂ ਸਾਰੇ ਸਬਕ ਸਿੱਖਣਗੇ। ਮਤਲਬ ਸਬਕ ਜਿੱਤਾਂ ਹੋਣ ਜਾਂ ਹਾਰਾਂ। ਅਸੀਂ ਜਦੋਂ ਇਨਕਲਾਬ ਕਰਦੇ ਹੁੰਦੇ ਸੀ ਨਾ, ਅਸੀਂ ਸਾਡਾ ਨਾਅਰਾ ਸੀ ਜਿੱਤਾਂ ਹੋਣ ਜਾਂ ਹਾਰਾਂ, ਘੋਲ ਸਬਕ ਦਿੰਦੇ ਨੇ। ਲੋਕਾਂ ਨੂੰ ਵੀ ਸਬਕ ਸਿੱਖਣ ਦੀ ਲੋੜ ਆ ਵੀ ਜੋ ਇਹ ਵਰਤਾਰਾ ਵਾਪਰਿਆ, ਸਿੱਧੂ ਸਾਹਿਬ ਨੂੰ ਵੀ, ਚੰਨੀ ਸਾਹਿਬ ਨੂੰ ਵੀ, ਕਾਂਗਰਸ ਨੂੰ ਵੀ, ਬਾਕੀ ਕਾਂਗਰਸੀਆਂ ਨੂੰ, ਤੇ ਪੰਜਾਬ ਦੇ ਕਾਂਗਰਸੀਆਂ ਨੂੰ ਇਹ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਜੇ ਏਜੰਡੇ ਤੇ ਉਹ ਨਹੀਂ ਚੱਲਣਗੇ, 6 ਮਹੀਨੇ ਬਾਅਦ ਸਰਕਾਰ ਦੇ ਪੜਾਕੇ ਪੈ ਜਾਣਗੇ। ਇੱਕ ਮਸਲਾ ਜੇ ਹੱਲ ਨਾ ਹੋਇਆ, ਇਹ ਜੇ ਲਾਰੇਬਾਜ਼ ਸਿਆਸਤ ਚੱਲੀ ਨਾ, ਖਰੇਤਾਂ ਦੀ ਸਿਆਸਤ ਚੱਲੀ, ਗਾਹਾਂ ਸਰਕਾਰ ਚੱਲ ਨਹੀਂ ਸਕਣੀ। ਤੇ ਸਾਰੀ ਬੁੱਧੀਜੀਵੀ ਕਹਿੰਦੇ ਨੇ ਪੰਜਾਬ ਜਿਹੜੀ ਹਾਲਤ 'ਚ ਪਹੁੰਚ ਗਿਆ, ਵਾਅਦੇ ਪੂਰੇ ਤਾਂ ਕੀਤੇ ਜਾਣਗੇ ਜੇ ਖਜ਼ਾਨਾ ਭਰੂ, ਨਹੀਂ ਵਾਅਦੇ ਪੂਰੇ ਕੀਤੇ ਨਹੀਂ ਜਾ ਸਕਦੇ। ਹੁਣ ਚੰਨੀ ਸਾਹਿਬ ਨੇ ਐਲਾਨ ਕੀਤੇ ਨੇ, ਚੰਗੇ ਐਲਾਨ ਕੀਤੇ ਨੇ, ਕਦੇ ਦੇਖਿਓ ਭਲਾ ਉਹਨਾਂ 'ਚੋਂ ਅਮਲੀ ਤੌਰ ਤੇ ਕਿੰਨੇ ਲਾਗੂ ਹੋਏ ਨੇ, ਕਿੰਨੇ ਫਸ ਗਏ ਰਸਤੇ ਦੇ ਵਿੱਚ। ਚਲੋ ਟਾਈਮ ਦੀ ਘਾਟ ਕਰਕੇ ਆਪਾਂ ਕਹਿ ਦਿੰਦੇ ਹਾਂ। ਖਜ਼ਾਨਾ ਮੰਤਰੀ ਆ,
ਅੱਜ ਤੱਕ ਖਜ਼ਾਨਾ ਮੰਤਰੀ ਇਹ ਬੋਲਿਆ ਵੀ ਪੰਜਾਬ ਦਾ ਖਜ਼ਾਨਾ ਕਿਉਂ ਖਾਲੀ ਹੋ ਰਿਹਾ, ਪੰਜਾਬ ਦਾ ਖਜ਼ਾਨਾ ਕਿਵੇਂ ਭਰਿਆ ਜਾਊਗਾ। ਕੰਮ ਤਾਂ ਉਹਦਾ ਸੀ ਨਾ ਜੀ। ਇਹ ਮਤਲਬ ਉਹ ਜਿਵੇਂ ਦੁੱਧ ਦੀ ਰਾਖੀ ਬਿੱਲਾ ਬਿਠਾਇਆ ਹੁੰਦਾ, ਇਸ ਤਰ੍ਹਾਂ ਖਜ਼ਾਨਾ ਚਲਾਇਆ ਉਹਨੇ, ਮਖੌਲ ਬਣੇ ਹੋਏ ਨੇ। ਸੋ ਮੇਰੇ ਕਹਿਣ ਦਾ ਮਤਲਬ ਰੀਥਿੰਕ ਕਰਨ ਦੀ ਲੋੜ ਆ ਸਾਰਿਆਂ ਨੂੰ। ਅੱਜ ਹੁਣ ਜਿਹੜੀ ਇਹ ਗੱਲ ਕਰਦੇ ਆ, ਰਾਹੁਲ ਗਾਂਧੀ ਨੇ ਸਪੀਚ ਦਿੱਤੀ ਆ ਜੀ ਲੋਕ ਸਭਾ ਦੇ ਵਿੱਚ। ਉਹਨੇ ਕਿਹਾ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਸਟੇਟਾਂ ਤੇ ਇੰਡੀਆ ਦਾ ਇੱਕ ਸਮਝੌਤਾ ਹੋਇਆ, ਇਸ ਕਰਕੇ ਤੁਸੀਂ ਉਹਨਾਂ ਤੇ ਰੂਲ ਨਹੀਂ ਕਰ ਸਕਦੇ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਫਿਰ ਕਿਸੇ ਨੇ ਪੁੱਛਿਆ ਕਸ਼ਮੀਰ ਬਾਰੇ ਵੀ, ਹਾਂ ਕਸ਼ਮੀਰ ਨਾਲ ਵੀ ਸਾਡਾ ਇੱਕ ਸਮਝੌਤਾ ਹੋਇਆ। ਜੋ ਸਟੇਟਾਂ ਨਾਲ ਸਮਝੌਤਾ ਹੋਇਆ ਇਹਨੂੰ ਸੰਘੀ ਸਰਕਾਰ ਕਹਿੰਦੇ ਹੁੰਦੇ ਸੀ ਪਹਿਲਾਂ। ਨਹੀਂ ਹੁਣ ਨਹੀਂ ਕੋਈ ਯਾਦ ਆਈ। ਸਵਾਲ ਤਾਂ ਹੈ ਨਾ, ਕਾਂਗਰਸ ਨੂੰ ਹੁਣ ਕੋਈ ਯਾਦ ਆਈ? ਸਟੇਟਾਂ ਦਾ ਮੁੱਦਾ ਪਹਿਲਾਂ ਕਿਉਂ ਨਹੀਂ ਯਾਦ ਆਇਆ? ਜਦੋਂ ਆਪ ਸੱਤਾ ਵਿੱਚ ਹੁੰਦੇ ਸੀ ਦਿੱਲੀ ਦੇ ਵਿੱਚ, ਉਦੋਂ ਕਿਉਂ ਨਹੀਂ ਗੱਲਾਂ ਰੱਖੀਆਂ ਇਹਨਾਂ ਨੇ? ਨਹੀਂ ਦੇਖੋ, ਕਾਂਗਰਸ ਕ੍ਰਾਈਸਿਸ 'ਚ ਫਸੀ ਹੋਈ ਆ, ਤਾਂ ਗੱਲਾਂ ਯਾਦ ਆ ਗਈਆਂ ਨੇ। ਨਹੀਂ ਮੇਰੀ ਗੱਲ ਪੂਰੀ ਕਰਨ ਦਿਓ ਨਾ ਜੀ। ਜਦੋਂ ਕੋਈ ਵੀ ਸਮਾਜ ਸੰਕਟ 'ਚ ਫਸਦਾ, ਪਾਰਟੀ ਸੰਕਟ 'ਚ ਫਸਦੀ ਆ, ਫਿਰ ਰੀਇਨਵੈਂਟ ਕਰਦੀ ਆ ਆਪਣੇ। ਵੀ ਗਲਤੀ ਕੀ ਹੋ ਗਈ? ਕੀ ਮੋਦੀ ਦੇ ਖਿਲਾਫ ਮੋਦੀ ਦੇ ਪਾਲੇ 'ਚ ਜਾ ਕੇ ਲੜਿਆ ਜਾ ਸਕਦਾ? ਇਹੀ ਸਵਾਲ ਸਾਰਿਆਂ ਦੇ ਸਾਹਮਣੇ ਆ। ਹੁਣ ਤੱਕ ਜਿਹੜੇ ਰਾਹ ਤੇ ਕਾਂਗਰਸ ਰਹੀ ਆ, ਪੰਜਾਬ ਨਾਲ ਕਿੱਡੀ ਵੱਡੀ ਬੇਇਨਸਾਫੀ ਕੀਤੀ ਆ ਕਾਂਗਰਸ ਨੇ। ਕੱਲਾ ਇਹ ਨਹੀਂ, 84 ਵਾਲੀ ਗੱਲ ਨਹੀਂ ਮੈਂ ਕਹਿੰਦਾ। ਪੰਜਾਬੀ ਸੂਬਾ ਨਹੀਂ ਬਣਾਇਆ, ਪੰਜਾਬ ਵੰਡਿਆ। ਜਿਵੇਂ ਸਾਰੇ ਮੁਲਕ ਦੇ ਸੂਬੇ ਬਣਾਏ ਨੇ, ਸੂਬਾ ਉਸ ਤਰ੍ਹਾਂ ਨਹੀਂ ਪੰਜਾਬ ਬਣਾਇਆ। ਸੋ ਇਸ ਕਰਕੇ ਹੁਣ ਜੇ ਕਾਂਗਰਸ ਉੱਥੇ ਆਈ ਆ ਵੀ ਗੜਬੜ ਕਿੱਥੇ ਹੋਈ ਆ, ਉਹ ਉੱਥੇ ਆ ਰਹੀ ਆ ਤਾਂ ਕਿਉਂਕਿ ਉਹਨੂੰ ਪਤਾ, ਉਹ ਕਹਿ ਰਿਹਾ ਇਹ ਮੁਲਕ ਬਾਦਸ਼ਾਹਤ ਨਹੀਂ, ਪਰ ਇਹ ਮੁਲਕ ਦੇ ਵਿੱਚ ਵੀ ਉਹੀ ਗੱਲ ਚੱਲਦੀ ਰਹੀ ਆ, ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਇਹਦਾ ਮਤਲਬ ਉਹ ਜਿਹੜੀ ਵਿਰਾਸਤ ਆ ਉਹ ਤੇ ਖੜ ਕੇ, ਜੇ ਅੱਜ ਉਹ ਕਹਿੰਦਾ ਕਿੰਗਡਮ ਨਹੀਂ, ਇੰਡੀਆ ਇਜ਼ ਨਾਟ ਏ ਨੇਸ਼ਨ, ਭਾਰਤ ਕੋਈ ਕੌਮ ਨਹੀਂ, ਇਹ ਰਾਜਾਂ ਦਾ ਸਮੂਹ ਆ। ਸੋ ਇਸ ਕਰਕੇ ਇਹ ਜਿਹੜਾ ਰੀਥਿੰਕ ਕਰਨ ਦਾ ਪ੍ਰੋਸੈਸ ਚੱਲ ਰਿਹਾ ਨਾ ਜੀ ਸਾਰਿਆਂ ਵੱਲੋਂ, ਇਹਨੂੰ ਜੇ ਆਪਾਂ ਐਂ ਕਹਿ ਕੇ ਸਾਰ ਦਾਂਗੇ ਉਦੋਂ ਕਿਉਂ ਨਹੀਂ ਬੋਲਿਆ, ਇਹ ਵੀ ਵਾਲੀ ਕੋਈ ਚੰਗੀ ਗੱਲ ਨਹੀਂ ਹੁੰਦੀ। ਨਹੀਂ ਉਹਦਾ ਦੇਖੋ, ਨਹੀਂ ਸਵਾਲ ਤੁਸੀਂ ਜੋ ਕਰ ਰਹੇ ਹੋ ਵੀ ਜਦੋਂ ਇੰਦਰਾ ਦਾ ਟਾਈਮ ਸੀ, ਉਸ ਤੋਂ ਬਾਅਦ ਫਿਰ 10 ਸਾਲ ਵੀ ਰਹੇ ਨੇ ਕਾਂਗਰਸ ਦਿੱਲੀ ਦੇ ਵਿੱਚ ਕੇਂਦਰ ਸਰਕਾਰ 'ਚ, ਉਦੋਂ ਵੀ ਤਾਂ ਗੱਲਾਂ ਯਾਦ ਹੋਣੀ ਚਾਹੀਦੀਆਂ ਸੀ ਵੀ ਸੱਤਾ ਕਦੋਂ ਵੀ ਜਾ ਸਕਦੀ ਹੈ। ਸੱਤਾ ਇੱਕ ਪਰਮਾਨੈਂਟ ਨਹੀਂ ਹੁੰਦੀ ਕਿਸੇ ਦੀ ਵੀ। ਉਦੋਂ ਇੱਕ ਰਾਹ ਤੇ ਜਾ ਰਹੇ ਸੀ, ਉਹ ਰਾਹ ਬਲੌਕ ਕਰਤਾ। ਉਹ ਗਲਤ ਸੀ। ਮੈਂ ਤੁਹਾਨੂੰ ਕਹਿੰਦਾ ਤਾਕਤਾਂ ਦਾ ਕੇਂਦਰੀਕਰਨ ਆ ਜਿਹੜਾ, ਇਹਦਾ ਮਾਮਲਾ ਤੁਰ ਹੀ ਕਾਂਗਰਸ ਨੇ ਵੱਡੀ ਪੱਧਰ ਤੇ। ਫੈਡਰਲੈਂਸ ਜਿੰਨੇ ਮਟਾਇਆ, ਉਹ ਮਟਾਈ ਆ ਕਾਂਗਰਸ ਨੇ। ਕਿਉਂਕਿ ਜਿਉਂ-ਜਿਉਂ ਤੁਸੀਂ ਫੈਡਰਲਿਜ਼ਮ ਨੂੰ ਖਤਮ ਕਰੋਗੇ, ਤਿਉਂ-ਤਿਉਂ ਤਾਨਾਸ਼ਾਹੀ ਆਊ। ਤੇ ਐਮਰਜੈਂਸੀ ਤਾਨਾਸ਼ਾਹੀ ਦੀ ਸਿਖਰ ਸੀ ਨਾ ਜੀ। ਇਹ ਐ ਥੋੜ੍ਹਾ ਬੋਲਣਾ ਚਾਹੀਦਾ। ਜੇ ਮਾਲੀ ਅੱਜ ਇਹ ਬੋਲਦਾ ਪੰਜਾਬ ਦੇ ਏਜੰਡੇ ਦੀ ਗੱਲ, ਤਾਂ ਮਾਲੀ ਨੂੰ ਇਹ ਵੀ ਪਤਾ ਨਾ ਵੀ ਇਹ ਕਿਹੜੇ ਵੇਲੇ ਕਿਹੜੀ ਗੱਲ ਕਹਿੰਦਾ ਹੁੰਦਾ ਸੀ, ਉਹ ਕਿਉਂ ਕਹਿੰਦਾ ਸੀ, ਉਹ ਗਲਤ ਸੀ। ਅੱਛਾ, ਹੁਣ ਸੁਨੀਲ ਜਾਖੜ ਜੀ ਦੀ ਗੱਲ ਕਰੀਏ। ਸੁਨੀਲ ਜਾਖੜ ਵੀ ਰੁੱਸੇ ਲੱਗਦੇ ਨੇ, ਠੀਕ ਹੈ, ਭਾਸ਼ਣ ਉਹਨਾਂ ਨੇ ਦਿੱਤਾ, ਬਹੁਤ ਲੋਕਾਂ ਨੇ ਸਰਾਹਿਆ ਜੋ ਕਾਂਗਰਸ ਦੇ ਉਮੀਦਵਾਰ ਸੀ ਜਾਂ ਕਾਂਗਰਸ ਦੇ ਵਰਕਰ ਸੀ। ਉਹ ਕਹਿੰਦੇ ਵੀ ਠੀਕ ਹੈ, ਬਹੁਤ ਵਧੀਆ ਭਾਸ਼ਣ ਹੈ। ਪਰ ਜਾਖੜ ਸਾਹਿਬ ਕਿੱਥੇ ਫਸੇ ਹੋਏ ਨੇ? ਜਾਖੜ ਸਾਹਿਬ ਕਹਿੰਦੇ ਨੇ ਕਿ ਮੈਂ ਇੱਕ ਕਾਂਗਰਸ ਪਾਰਟੀ ਨਾਲ ਜੁੜਿਆ ਰਹੂੰਗਾ, ਇੱਕ ਸਿਪਾਹੀ ਹਾਂ, ਪਰ ਮੈਂ ਚਲੰਤ ਕਾਂਗਰਸ ਦੀ ਜੋ ਰਾਜਨੀਤੀ ਉਸ ਵਿੱਚ ਨਹੀਂ ਹੈਗਾ। ਹਾਂ, ਨਹੀਂ, ਉਹਨਾਂ ਨੇ ਫੈਸਲਾ ਲਿਆ ਵੀ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਹੁਣ ਸਰਗਰਮ ਨਹੀਂ ਹੋ। ਉਸ ਗੱਲ ਨੂੰ ਵਰਤਿਆ, ਮਤਲਬ ਆਮ ਆਦਮੀ ਪਾਰਟੀ ਦਾ ਜਿਹੜਾ ਵਾਗੜ ਵਿੱਲਾ ਨਾ, ਰਾਘਵ ਚੱਡਾ, ਉਹਨੇ ਵਰਤਿਆ। ਕਹਿੰਦਾ ਜੀ 3 ਬੰਦੇ ਸ਼ੁਰੂ ਕੀਤੇ ਸੀ ਮੂਰਤਾਂ ਲਾ ਕੇ, ਹੁਣ ਰਾਏ 2 ਤੇ ਲੈ ਰਹੇ ਨੇ। ਇਹਦਾ ਮਤਲਬ ਕਾਂਗਰਸ ਪਾਰਟੀ ਹਿੰਦੂ ਵਿਰੋਧੀ ਆ। ਉਹਨੂੰ ਪੁੱਛੇ ਵੀ ਤੁਸੀਂ ਤਾਂ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਵੀ ਚਿਹਰਾ ਉਹ ਹੋਊਗਾ ਜਿਹੜਾ ਸਿੱਖ ਪੰਥ 'ਚੋਂ ਹੋਊ, ਜਿਹੜਾ ਹਰਮਨ ਪਿਆਰਾ ਹੋਊ, ਸਭ ਤੋਂ ਵੱਡਾ ਹੋਊ। ਇਹਦਾ ਮਤਲਬ ਤੁਸੀਂ ਤਾਂ ਦਲਿਤ ਤੇ ਹਿੰਦੂ ਨੂੰ ਪਹਿਲੀ ਛੱਡ ਦਿੱਤਾ ਸੀ, ਤੁਸੀਂ ਦਲਿਤ ਵਿਰੋਧੀ ਵੀ ਸੀ, ਉਹਦੇ ਵਿਰੋਧੀ ਸੀ। ਮਤਲਬ ਐ ਨਹੀਂ ਹੁੰਦਾ ਆਪਣੀਆਂ ਕੱਛ 'ਚ ਦੂਜੇ ਦੀ ਹੱਥ 'ਚ। ਸੋ ਇਸ ਕਰਕੇ ਜਾਖੜ ਸਾਹਿਬ ਆ ਜਿਹੜੇ, ਉਹਨਾਂ ਨੇ ਸਰਗਰਮ ਪੋਲਿਟਿਕਸ ਤੋਂ ਰਿਟਾਇਰਮੈਂਟ ਲੈ ਲਈ। ਇਸ ਕਰਕੇ ਉਹਨਾਂ ਤੇ ਰਾਏਸ਼ੁਮਾਰੀ ਕਰਾਉਣ ਦਾ ਮਤਲਬ ਹੀ ਨਹੀਂ। ਚਲੋ ਪਹਿਲਾਂ ਕੀ ਹੋਇਆ, ਉਦੋਂ ਕਿਹੜਾ ਉਹ ਨਾ MP ਸੀ ਨਾ ਉਹ ਵਿਧਾਇਕ ਸੀ, ਹੁਣ ਉਹਨੂੰ ਕੌਣ ਕਿਵੇਂ ਪੇਸ਼ ਕਰਦਾ, ਇਹ ਗੱਲਾਂ ਚੱਲਦੀਆਂ ਰਹਿਣਗੀਆਂ। ਸੋ ਜਾਖੜ ਸਾਹਿਬ ਨੇ ਜਾਖੜ ਸਾਹਿਬ ਸਿਆਣੇ ਨੇ, ਪਰ ਉਹ ਫਾਈਟਰ ਨਹੀਂ। ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ। ਪ੍ਰਗਟ ਸਿੰਘ ਦੇ ਵਿਆਹ ਦੇ ਵੇਲੇ ਉੱਥੇ ਮੈਨੂੰ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਮਿਲਿਆ। ਜਾਖੜ ਸਾਹਿਬ ਨੂੰ ਮੈਂ ਕਈ ਵਾਰ ਮਿਲਿਆ ਸੀ, ਮੇਰੀ ਗੱਲ ਨਹੀਂ ਹੋਈ ਸੀ। ਪਹਿਲੀ ਵਾਰ ਗੱਲ ਹੋਈ, ਅਸੀਂ ਖੜੇ ਸੀ, ਖੜੇ ਮੈਂ ਵੈਸੀ ਸੁਭਾਅ ਗੱਲ ਕੀਤੀ। ਮੈਂ ਜਾਖੜ ਸਾਹਿਬ, ਕਾਂਗਰਸ ਪੈਰ ਗੱਡ ਕੇ ਮੋਦੀ ਸਾਹਿਬ ਦੇ ਖਿਲਾਫ ਲੜਦੀ ਕਿਉਂ ਨਹੀਂ? ਕਹਿੰਦੇ ਸਾਹਿਬ ਤੁਸੀਂ ਮੋਦੀ ਨੂੰ ਨਹੀਂ ਜਾਣਦੇ, ਇਹਨੂੰ ਲੜ ਕੇ ਨਹੀਂ ਹਰਾਇਆ ਜਾ ਸਕਦਾ, ਤੁਹਾਨੂੰ ਪਤਾ ਨਹੀਂ ਉਹ ਕਿੱਡਾ ਖਤਰਨਾਕ ਆ। ਸੋ ਇਸ ਕਰਕੇ ਉਹਨਾਂ ਦੀ ਇੱਕ ਆਪਣੀ ਸੋਚ ਆ। ਸੋ ਜਾਖੜ ਸਾਹਿਬ ਦਾ ਇੱਕ ਰੋਲ ਆ। ਹੁਣ ਉਹਨਾਂ ਨੇ ਆਪਣੇ ਭਤੀਜੇ ਨੂੰ ਸ਼ਾਇਦ ਲੜਾਇਆ, ਤੇ ਇਹ ਪੀੜ੍ਹੀ ਬਦਲ ਤਾਂ ਹੋਣੀ ਹੋਣਾ ਨਾ ਜੀ। ਅੱਛਾ, ਹੁਣ ਇੱਕ ਮੇਰਾ ਹੋਰ ਸਵਾਲ ਹੈ ਕਿ 1.5 ਘੰਟਾ ਮੀਟਿੰਗ ਹੋਈ ਹੈ ਪਹਿਲਾਂ, ਜੋ ਚਰਚਾ ਚੱਲੀ ਸਟੇਜ ਉੱਤੇ, ਰਾਹੁਲ ਗਾਂਧੀ, ਚੰਨੀ ਸਾਹਿਬ, ਸਿੱਧੂ ਸਾਹਿਬ, ਜਾਖੜ ਸਾਹਿਬ, ਹੋਰ ਵੀ ਕਾਂਗਰਸ ਦੇ ਉੱਥੇ ਵਰਕਰ ਹੈਗੇ ਸੀ। 1.5 ਘੰਟੇ ਮੀਟਿੰਗ ਵਿੱਚ
ਸਿੱਟਾ ਨਿਕਲਿਆ ਵੀ ਚੰਨੀ ਸਾਹਿਬ ਸੀਐਮ ਬਣਨਗੇ। ਫਿਰ ਸਿੱਧੂ ਸਾਹਿਬ ਨੇ ਚੀਜ਼ ਐਕਸੈਪਟ ਕਿਵੇਂ ਕੀਤਾ ਹੋਊਗਾ ਕਿ ਸਿੱਧੂ ਸਾਹਿਬ ਨੇ ਕਿਹਾ ਕਿ ਮੇਰੇ ਏਜੰਡੇ ਲੈ ਕੇ ਚੱਲੋਗੇ, ਚੱਲੂਗਾ, ਨਹੀਂ ਚੱਲੋਗੇ, ਨਹੀਂ ਚੱਲੂਗਾ, ਔਰ 1.5 ਘੰਟੇ ਮੀਟਿੰਗ ਵਿੱਚ ਕਿਵੇਂ ਬਦਲ ਗਏ? ਕਿਉਂਕਿ ਸਿੱਧੂ ਸਾਹਿਬ ਤਾਂ ਬਾਰ-ਬਾਰ ਜਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਹਿਦੇ ਸੀ ਕਿ ਨਹੀਂ ਏਜੰਡੇ ਮੇਰੇ ਹੋਣਗੇ, ਸੀਐਮ ਕੌਣ ਹੋਊਗਾ ਇਹ ਲੋਕ ਤੈਅ ਕਰਨਗੇ। ਫਿਰ ਹਾਈ ਕਮਾਂਡ ਤੈਅ ਕਰਦੀ। ਤੁਹਾਨੂੰ ਯਾਦ ਹੋਣਾ ਕਿ ਪ੍ਰੈਸ ਕਾਨਫਰੰਸ ਕਿਹਾ ਸੀ ਸਿੱਧੂ ਸਾਹਿਬ ਨੇ ਕਿ ਸੀਐਮ ਜੋ ਨੇ ਉਹ ਲੋਕ ਤੈਅ ਕਰਨਗੇ। ਫਿਰ ਲੋਕਾਂ ਨੇ ਸੀਐਮ ਨਹੀਂ ਤੈਅ ਕੀਤਾ ਚੰਨੀ ਸਾਹਿਬ ਨੂੰ, ਇਹਦਾ ਹਾਈ ਕਮਾਂਡ ਨੇ ਕੀਤਾ ਨਾ। ਇੱਥੇ ਆ ਕੇ ਫਿਰ ਸਿੱਧੂ ਸਾਹਿਬ ਕਿਉਂ ਨਹੀਂ ਬੋਲਦੇ? ਦੇਖੋ, ਦੋ ਗੱਲਾਂ ਨੇ ਉਹਦੇ ਵਿੱਚ। ਮੀਟਿੰਗ 'ਚ ਕੀ ਹੋਇਆ ਇਹ ਤਾਂ ਮੈਂ ਕਹਿ ਨਹੀਂ ਸਕਦਾ, ਮੈਨੂੰ ਬਿਲਕੁਲ ਕਿਸੇ ਗੱਲ ਦਾ ਨਹੀਂ ਪਤਾ, ਐਵੇਂ ਮੈਂ ਆਪਦੇ ਕੋਲੋਂ ਤੋਤਕੜੇ ਮਾਰਾਂ। ਸਿੱਧੂ ਸਾਹਿਬ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ। ਕਾਂਗਰਸ ਅੰਦਰੂਨੀ ਕੀ ਚੱਲਦਾ, ਹਾਈ ਕਮਾਂਡ ਨਾਲ ਕੀ ਚੱਲਦਾ, ਮੇਰੀ ਕਦੇ ਉਹਨਾਂ ਨਾਲ ਗੱਲ ਨਹੀਂ ਹੋਈ। ਪੰਜਾਬ ਏਜੰਡਾ ਕੀ ਆ, ਕਿਹੜੀ ਗੱਲ ਠੀਕ ਆ, ਕਿਹੜੀ ਗਲਤ ਆ, ਕਿਵੇਂ ਆ, ਇੰਨੀਆਂ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਮਾੜੀਆਂ ਮੋਟੀਆਂ, ਜਾਂ ਕੋਈ ਮੈਨੂੰ ਲੱਗਦਾ। ਬਾਕੀ ਮੇਰੀਆਂ ਪੋਸਟਾਂ ਵੀਡੀਓ ਦੇਖਦੇ ਰਹਿੰਦੇ ਨੇ, ਕਿੰਨੀ ਕੁ ਦੇਖਦੇ ਆ, ਹਰਾ ਟਿਕ ਲੱਗਿਆ ਹੁੰਦਾ ਮੈਨੂੰ ਨਹੀਂ, ਮੈਂ ਨਹੀਂ ਕਹਿ ਸਕਦਾ। ਕਈ ਵਾਰ ਉਹ ਕਮੈਂਟ ਵੀ ਮੈਨੂੰ ਭੇਜ ਦਿੰਦੇ ਨੇ ਪਰਸਨਲੀ। ਸੋ ਪਰ ਸਿੱਟਾ ਕੀ ਨਿਕਲਿਆ? ਸਿੱਟਾ ਤਾਂ ਇਹੀ ਨਿਕਲਿਆ ਨਾ, ਸਿੱਧੂ ਸਾਹਿਬ ਦਾ ਵਿਜ਼ਨ ਹੋਵੇਗਾ, ਇਹਨਾਂ ਦਾ ਏਜੰਡਾ ਕਾਂਗਰਸ ਦਾ ਪ੍ਰੋਗਰਾਮ ਹੋਵੇਗਾ, ਇਸੇ ਨੂੰ ਇਹ ਲਾਗੂ ਕੀਤਾ ਜਾਵੇਗਾ, ਚੰਨੀ ਮੁੱਖ ਮੰਤਰੀ ਹੋਵੇਗਾ। ਉਦੋਂ ਪਹਿਲਾਂ ਕਿੱਥੋਂ ਕਿਵੇਂ ਪਹੁੰਚੇ, ਜੋ ਸਿੱਟਾ ਬਾਹਰ ਲੋਕਾਂ ਨੂੰ ਸੁਣਾਇਆ ਉਹ ਤਾਂ ਤੁਹਾਡੇ ਸਾਹਮਣੇ ਜੀ। ਨਹੀਂ, ਫਿਰ ਮੇਰਾ ਸਵਾਲ ਹੈ ਕਿ ਉਹ ਗੱਲ ਝੂਠ ਨਿਕਲੀ ਸਿੱਧੂ ਸਾਹਿਬ ਦੀ? ਸੀਐਮ ਲੋਕ ਤੈਅ ਕਰਨਗੇ। ਸਿੱਧੂ ਸਾਹਿਬ ਨੇ ਕਿਹਾ ਸੀ ਕਿ ਲੋਕ ਤੈਅ ਕਰਨਗੇ ਸੀਐਮ, ਪਰ ਲੋਕਾਂ ਨੇ ਤੈਅ ਨਹੀਂ ਕੀਤਾ ਚੰਨੀ ਸਾਹਿਬ ਨੂੰ। ਇਹ ਤਾਂ ਫਿਰ ਹਾਈ ਕਮਾਂਡ ਨੇ ਤੈਅ ਕੀਤਾ ਨਾ। ਸਿੱਧੂ ਸਾਹਿਬ ਇਹ ਕਹਿੰਦੇ ਰਹੇ ਆ ਫੈਸਲਾ ਹਾਈ ਕਮਾਂਡ ਦੇ ਹੱਥ ਆ। ਹੁਣ ਲੋਕ ਤੈਅ ਕਰਨਗੇ, ਉਹਦੀ ਵਿਆਖਿਆ ਉਹਨਾਂ ਨੇ ਇਹ ਕਰਤੀ। ਉਦੋਂ ਬਾਅਦ ਜਦੋਂ ਕੁਐਸਚਨ ਕੀਤਾ ਵੀ ਲੋਕ ਐਮਐਲਏ ਬਣਾਉਣਗੇ ਤਾਂ ਹੀ ਮੁੱਖ ਮੰਤਰੀ ਐਮਐਲਏ ਬਣਨ ਦਿੰਦੇ, ਫਿਰ ਮੁੱਖ ਮੰਤਰੀ ਬਣਾ ਲੈਂਦੇ। ਸੋ ਇਸ ਕਰਕੇ ਇਹ ਮੈਂ ਤੁਹਾਨੂੰ ਦੱਸਿਆ ਵੀ ਇਹ 'ਚ ਡਿਕੋਟਮੀ ਰਹਿੰਦੇ ਨੇ, ਫਰਕ ਰਹਿ ਜਾਂਦਾ ਕਹਿਣ 'ਚ। ਰਾਜੇਵਾਲ ਸਾਹਿਬ ਦਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਉਹ ਪਾੜਾ ਛੱਡ ਜਾਂਦੇ ਆ। ਸਿੱਧੂ ਸਾਹਿਬ ਦੀ ਕਈ ਗੱਲ ਪਾੜਾ ਛੱਡ ਕੇ ਸਿੱਧੂ ਸਾਹਿਬ ਅਸਪਸ਼ਟ ਹੋ ਜਾਂਦੀ ਆ। ਜਦੋਂ ਕਿਸੇ ਇੱਕ ਗੱਲ ਤੇ ਜ਼ੋਰ ਦਿੰਦੇ ਆ ਨਾ, ਉਹ ਸਿਰੇ ਦੀ ਹੱਦ ਤੱਕ ਜ਼ੋਰ ਦਿੰਦੇ ਆ, ਐਬਸੋਲੂਟ ਟਰੁੱਥ ਜੀ ਬਣ ਜਾਂਦੀ ਆ। ਫਿਰ ਜਦੋਂ ਉਹਦਾ ਕਾਊਂਟਰ ਕੁਐਸਚਨ ਹੁੰਦਾ ਫਿਰ ਉਹਨੂੰ ਐਕਸਪਲੇਨ ਕਰ ਦਿੰਦੇ ਆ। ਇਹ ਦੇਖੋ, ਇਹ ਮਨੁੱਖ ਨੇ, ਦੁਨੀਆ, ਕੁਦਰਤ ਆ ਨਾ ਜਿਹੜੀ, ਇਹ 'ਚ ਡਾਈਵਰਸਿਟੀ ਆ। ਇੱਕ ਦਰਖਤ ਦਾ ਪੱਤਾ ਦੂਜੇ ਪੱਤੇ ਨਾਲ ਨਹੀਂ ਮਿਲਦਾ। ਇਸ ਕਰਕੇ ਅਸੀਂ ਕਿਵੇਂ ਕਹਾਂਗੇ ਸਾਰਿਆਂ ਦਾ ਇੱਕ ਤਰ੍ਹਾਂ ਦਾ ਅੰਦਾਜ਼ ਹੋ ਜੇ, ਇੱਕ ਤਰ੍ਹਾਂ ਦਾ ਸੁਭਾਅ ਹੋਵੇ? ਇਹ ਤਾਂ ਕੁਦਰਤ ਵਿਰੋਧੀ ਆ, ਬਖਰੇਵਾਂ ਜਿਹੜਾ ਕੁਦਰਤ ਦਾ ਰੰਗ ਆ। ਰਾਹੁਲ ਗਾਂਧੀ ਨੇ ਇਹੀ ਕਿਹਾ ਨਾ, ਇੰਡੀਆ ਗੁਲਦਸਤਾ ਦੀ ਤਾਕਤ ਆ। ਜਿਹੜੇ ਭਗਵੀਂ ਚਟਨੀ ਬਣਾਉਣਗੇ ਇਹਨੂੰ, ਉਹ ਮਾਰੇ ਜਾਣਗੇ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ ਕਿ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ, ਸੋਸ਼ਲ ਮੀਡੀਆ ਦੀ ਗੱਲ ਨੂੰ ਕੋਈ ਜ਼ਿਆਦਾ ਤੂਲ ਨਾ ਵੀ ਦਈਏ ਆਪਾਂ, ਜਾਂ ਲੋਕ ਚਲ ਠੀਕ ਹੈ ਲਿਖਦੇ ਨੇ ਆਪਣੇ ਜਾ ਕੇ ਉੱਥੇ, ਪਰ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਜੇ ਦੋਨਾਂ ਵਿੱਚੋਂ ਕੋਈ ਇੱਕ ਤਾਂ ਹਾਰੂਗਾ ਉੱਥੋਂ ਦੀ, ਜੇ ਦੋਨਾਂ ਚੋਂ ਇੱਕ ਵੀ ਹਾਰ ਜਾਂਦਾ ਉਹਦਾ ਸਿਆਸੀ ਕੈਰੀਅਰ ਕਿਹੜੇ ਪਾਸੇ ਜਾਊਗਾ? ਦੇਖੋ ਜੀ, ਇਹ ਨਹੀਂ ਆਪਾਂ ਕਹਿ ਸਕਦੇ, ਪਰ ਇੱਕ ਗੱਲ ਸਾਫ਼ ਆ ਜੀ, ਕਲੀਅਰ ਆ ਵੀ ਅੰਮ੍ਰਿਤਸਰ ਪੂਰਬੀ ਦੇ ਵਿੱਚ ਨੇਕੀ ਤੇ ਬਦੀ ਦੀ ਲੜਾਈ ਆ। ਇਹ ਲਾਈਨ ਖਿੱਚੀ ਗਈ। ਲੋਕਾਂ ਨੇ ਸਿੱਧੂ ਨੂੰ ਵੀ ਦੇਖਿਆ। ਸਿੱਧੂ ਘੱਟ ਮਿਲਿਆ ਹੋ ਸਕਦਾ ਲੋਕਾਂ ਨਾਲ ਸੰਪਰਕ ਕਰਨ 'ਚ ਘਾਟ ਰਹੀ ਹੋਵੇ, ਪਰ ਸਿੱਧੂ ਦਾ ਮਨ, ਬਚਨ, ਕਰਮ, ਵਿਚਾਰ, ਉਹਦੀ ਸ਼ੁੱਧਤਾ ਬਾਰੇ ਤਾਂ ਲੋਕ ਜਾਣਦੇ ਨੇ ਨਾ ਜੀ। ਮਜੀਠੀ ਬਾਰੇ ਵੀ ਲੋਕ ਜਾਣਦੇ ਨੇ। ਸੁਪਰੀਮ ਕੋਰਟ ਨੇ ਫਾਈਨਲ ਫੈਸਲਾ ਕਹਿਤਾ ਵੀ ਤੈਨੂੰ 24 ਤਰੀਕ ਨੂੰ ਆਤਮ ਸਮਰਪਣ ਕਰਨਾ ਪਊ। ਸਹੀ ਪਾਤੀ ਵੀ ਜੋ ਕੇਸ ਦਰਜ ਕੀਤਾ ਉਹ ਤੇ ਕੋਈ ਸਵਾਲ ਨਹੀਂ ਖੜਾ ਕੀਤਾ ਜਾ ਸਕਦਾ। ਹਾਈ ਕੋਰਟ ਆ ਜਿਹੜਾ, ਉਹਦੇ ਜੋ ਫੈਸਲਾ ਦਿੱਤਾ, ਜੋ ਉਹਨੇ ਟਿੱਪਣੀਆਂ ਕੀਤੀਆਂ ਨੇ ਇਹ ਮਜੀਠੀਏ ਬਾਰੇ, ਉਹਨਾਂ 'ਚ ਅਸੀਂ ਦਖਲ ਦੇਣ ਦਾ ਕੋਈ ਨਹੀਂ ਕਰਦੇ। ਤੂੰ ਉਸੇ ਟ੍ਰਾਇਲ ਕੋਰਟ ਤੇ ਜਾ ਕੇ ਆਪਣੀ ਬੇਲ ਮੰਗ ਸਕਦਾ। ਜਾਣਾ ਤਾਂ ਉਸੇ ਟ੍ਰਾਇਲ ਕੋਰਟ 'ਚ ਨਾ ਜਿਹਨੇ ਪਹਿਲਾਂ ਰਿਜੈਕਟ ਕੀਤੀ ਹੋਈ ਆ। ਹੁਣ ਫਿਰ ਜੇ ਲੋਕ ਕੋਈ ਫੈਸਲਾ ਲੈ ਲੈਂਦੇ ਹਲਕੇ ਦੇ, ਫਿਰ ਮੰਨਣਾ ਪਊ। ਫਿਰ ਆਪਾਂ ਨੂੰ ਮੰਨਣਾ ਪਊ ਭਾਈ ਲੋਕ ਇੱਥੇ ਖੜੇ ਨੇ, ਉੱਥੋਂ ਫਿਰ ਸਟਾਰਟ ਕਰਨਾ। ਸਿੱਧੂ ਸਾਹਿਬ ਕਹਿੰਦੇ ਮੈਂ ਤਾਂ ਵੋਟ ਮੰਗਣ ਨਹੀਂ ਜਾਣੀ, ਲੋਕਾਂ ਨੂੰ ਪਤਾ ਵੀ ਲੋਕ ਆਪ ਹੀ ਵੋਟ ਪਾ ਦੇਣਗੇ। ਉਹ ਕਹਿਣ ਦੀਆਂ ਗੱਲਾਂ, ਦੇਖੋ ਪ੍ਰਚਾਰ 'ਚ ਕਈ ਗੱਲਾਂ ਹੁੰਦੀਆਂ ਨੇ, ਉਹਦੇ ਬਾਲੇ ਸੀਰੀਅਸ। ਜਿਵੇਂ ਕਿਸਾਨ ਅੰਦੋਲਨ ਵੇਲੇ ਕਹਿੰਦੇ ਸੀ ਮੋਦੀ ਦੀ ਹਿੱਕ ਤੇ ਟਰੈਕਟਰ ਨੱਚਣਗੇ। ਮਤਲਬ ਤੁਸੀਂ ਗੱਲ ਦਾ ਕਈ ਵਾਰ ਭਾਵ ਅਰਥ ਸਮਝਣ ਦੀ ਲੋੜ ਹੁੰਦੀ ਆ। ਮਤਲਬ ਖਾਸ ਕਰਕੇ ਲੜਾਈ ਦੇ ਵਿੱਚ, ਪ੍ਰਚਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਰਹਿ ਜਾਂਦੀਆਂ। ਹਾਂ, ਜਦੋਂ ਤੁਸੀਂ ਡਿਸਕਸ਼ਨ ਕਰ ਰਹੇ ਹੋਵੋ, ਸਵਾਲ ਜਵਾਬ ਕਰ ਰਹੇ ਹੋਵੋ, ਉਹ ਗੱਲਾਂ ਨੇ ਜਿਹੜੀਆਂ ਉਹ ਫਾਈਨਲ ਹੁੰਦੀਆਂ, ਜਾਂ ਉਹਨਾਂ ਤੇ ਗੰਭੀਰਤਾ ਨਾਲ ਧਿਆਨ ਦੇਣਾ। ਅੱਛਾ, ਮੈਂ ਆਖਰੀ ਪੁਆਇੰਟ, ਤੁਸੀਂ ਪੱਤਰਕਾਰ ਨੂੰ ਲੈ ਕੇ ਗੱਲ ਕੀਤੀ ਵੀ ਪੱਤਰਕਾਰ ਸਵਾਲ ਕਰਦੇ ਨੇ। ਹੁਣ ਕੋਈ ਲੀਡਰ ਨੂੰ ਕੋਈ ਪੱਤਰਕਾਰ ਸਵਾਲ ਕਰ ਰਿਹਾ, ਪਰ ਜੋ ਬੋਲਦੇ ਨੇ, ਜੋ ਤੁਸੀਂ ਸਿੱਧੂ ਸਾਹਿਬ ਦੀ ਗੱਲ ਕੀਤੀ, ਉਹਨਾਂ ਨੇ ਕਹਿਤਾ ਵੀ ਨੋ ਕਮੈਂਟ, ਅੱਗੇ ਸਵਾਲ ਕਰੋ, ਪਰ ਪੱਤਰਕਾਰਾਂ ਦਾ ਮੂਲ ਅਧਿਕਾਰ ਹੈਗਾ ਨਾ ਸਵਾਲ ਕਰਨਾ। ਤੁਸੀਂ ਕਹਿੰਦੇ ਵੀ ਉਸੇ ਮੁੱਦੇ ਤੇ ਸਵਾਲ ਕੀਤੇ ਜਾਣ, ਉਸੇ ਮੁੱਦੇ ਤੇ ਕਿਉਂ? ਕਿ ਲੀਡਰ ਵੀ ਕੀ ਉਸੇ ਮੁੱਦੇ ਤੇ ਖੜਦੇ ਨੇ? ਨਹੀਂ, ਦੋ ਗੱਲਾਂ ਨੇ ਜੀ। ਮੈਂ ਪੱਤਰਕਾਰ ਨੂੰ ਕੋਈ ਵੀ ਸਵਾਲ ਪੁੱਛਣ ਦਾ ਹੱਕ ਆ। ਪੱਤਰਕਾਰ ਦੂਜੇ ਨੂੰ ਉਹਦਾ ਜਵਾਬ ਦੇ ਮਜਬੂਰ ਨਹੀਂ ਕਰ ਸਕਦਾ।
ਜਿਹਨੇ ਪ੍ਰੈਸ ਕਾਨਫਰੰਸ ਕਰਨੀ ਆ ਉਹਨੂੰ ਇਹ ਹੱਕ ਆ ਵੀ ਅੱਜ ਮੈਂ ਇਸ ਮਸਲੇ ਤੇ ਗੱਲ ਕਰਨੀ ਆ। ਅੱਜ ਕਿਹਾ ਉਹਨੇ, ਐਂ ਤਾਂ ਨਹੀਂ ਮੈਂ ਸਦੀ ਕਰਨੀ ਆ। ਮਤਲਬ ਸਿੱਧੂ ਜਨਰਲ ਪ੍ਰੈਸ ਕਾਨਫਰੰਸ ਕਰਦਾ, ਤੁਸੀਂ ਕਿੰਨੇ ਸਵਾਲ ਹੁੰਦੇ ਨੇ, ਕਦੇ ਨਹੀਂ ਉਹਨਾਂ ਨੇ ਟਾਲਿਆ ਵੀ ਕਰੋ ਜੀ ਸਵਾਲ ਜਿਹੜੇ ਕਰਦੇ। ਪਰ ਫਿਰ ਵੀ ਮੁੱਦਿਆਂ ਤੇ ਫੋਕਸ ਕਰਨ ਖਾਤਰ ਸਿੱਧੂ ਸਾਹਿਬ ਨੂੰ ਥੋੜੀ ਜੀ, ਤੁਸੀਂ ਉਹਨੂੰ ਸਖਤਾਈ ਕਹਿ ਲਓ ਜਾਂ ਉਹਨਾਂ ਨੂੰ ਫੋਕਸ ਕਹਿ ਲਓ, ਮੈਂ ਮਤਲਬ ਅੰਦਾਜ਼ ਆ ਉਹਨਾਂ ਦਾ ਇੱਕ ਲਗਾ। ਸਿੱਧੂ ਸਾਹਿਬ ਐਂ ਤਾਂ ਨਹੀਂ ਕਿਸੇ ਪੱਤਰਕਾਰਾਂ ਦੀ ਬੇਇੱਜ਼ਤੀ ਕਰਦੇ ਨੇ, ਜੇ ਮਤਲਬ ਉਹ ਝਿੜਕਦੇ ਵੀ ਨੇ, ਉਹ ਐਂ ਵੀ ਨਹੀਂ ਪੁੱਤਰਾ ਤੂੰ ਰਹਿਣ ਦੇ ਐਂ ਅੰਦਾਜ਼ ਅੱਡ। ਬਾਦਲ ਸਾਹਿਬ ਦਾ ਆਪਦਾ ਅੰਦਾਜ਼ ਆ ਤੇ ਕੈਪਟਨ ਸਾਹਿਬ ਦਾ ਆਪਦਾ ਅੰਦਾਜ਼ ਆ, ਬਾਕੀਆਂ ਦਾ ਆਪਦਾ ਅੰਦਾਜ਼ ਆ। ਸੋ ਇਸ ਕਰਕੇ ਇਹ ਮੇਰੇ ਕਹਿਣ ਦਾ ਮਤਲਬ ਸਾਡਾ ਤਾਂ ਦੁਖਾਂਤ ਇਹ ਆ ਵੀ ਅਸੀਂ ਮੁੱਦਿਆਂ ਨੂੰ ਰੋਲ ਕੇ ਇਹਨਾਂ ਗੱਲਾਂ ਦੇ ਪਿੱਛੇ ਪੈ ਗਏ। ਇਹਦੇ ਕੋਈ ਚੰਗੇ ਰਿਜ਼ਲਟ ਨਹੀਂ ਨਿਕਲਣੇ ਆਉਣ ਵਾਲੇ ਸਮੇਂ ਵੀ। ਪੱਤਰਕਾਰੀ ਨੂੰ ਵੀ ਇੱਕ ਅਪ ਟੂ ਮਾਰਕ ਹੋਣਾ ਪੈਣਾ, ਪੱਤਰਕਾਰੀ ਨੂੰ ਪੜ੍ਹਨਾ ਪੈਣਾ ਵੀ ਪੰਜਾਬ ਦੀ ਸਮੱਸਿਆ ਕੀ ਆ, ਹੱਲ ਕੀ ਆ ਇਹਨਾਂ ਦਾ। ਜੇ ਕੋਈ ਉਹਦੇ ਬਾਰੇ ਬੋਲਦਾ ਉਹਨੂੰ ਸਵਾਲ ਕਰਨਾ ਪੈਣਾ, ਜੇ ਕੋਈ ਨਹੀਂ ਬੋਲਦਾ ਉਹਨੂੰ ਵੀ ਸਵਾਲ ਕਰਨਾ ਪੈਣਾ। ਕੱਲੇ ਕੰਟਰੋਵਰਸੀ ਕ੍ਰੀਏਟਰ ਆ ਜਿਹੜਾ TRP ਆ, ਇਹ ਕੋਈ ਬੜੀ ਚੰਗੀ ਗੱਲ ਨਹੀਂ। ਅੱਛਾ, ਭਗਵੰਤ ਮਾਨ ਤੇ ਸਿੱਧੂ ਸਾਹਿਬ ਨੂੰ ਕਿੱਥੇ ਦੇਖਦੇ ਹੋ? ਦੇਖੋ, ਭਗਵੰਤ ਮਾਨ ਕਿੱਥੇ, ਸਿੱਧੂ ਸਾਹਿਬ ਕਿੱਥੇ, ਸਾਰੇ ਪੱਖਾਂ ਤੋਂ ਜਿਹੜੇ ਫੀਲਡ 'ਚ ਰਹੇ ਨੇ ਉਸ ਪੱਖਾਂ ਤੋਂ, ਸਿਆਸੀ ਲੜਾਈ ਦੇ ਪੱਖੋਂ, ਸਿਆਸੀ ਸਮਝ ਦੇ ਪੱਖੋਂ ਦੋਹਾਂ 'ਚ ਮੁਕਾਬਲਾ ਕੋਈ ਹੈ ਨਹੀਂ। ਸਿੱਧੂ ਸਾਹਿਬ ਠੀਕ ਆ, ਮਤਲਬ ਭਗਵੰਤ ਮਾਨ ਦਾ ਇੱਕ ਘੇਰਾ, ਤੁਸੀਂ ਪਾਰਲੀਮੈਂਟ 'ਚ ਉਹ ਮੋਦੀ ਦਾ ਉਹਨੇ ਪਰਦਾ ਚੱਕ ਬਹੁਤ ਕੀਤਾ, ਐਕਸਪੋਜ਼ ਬਹੁਤ ਕੀਤਾ। ਪਰ ਤੁਸੀਂ ਮੈਨੂੰ ਇਹ ਦਿਖਾਓ ਪਾਰਲੀਮੈਂਟ 'ਚ ਕਿਹੜੇ ਕਾਨੂੰਨ ਦੇ ਬਾਰੇ ਕਦੋਂ ਬੋਲਿਆ ਵੀ ਇਹ ਕਾਨੂੰਨ ਗਲਤ ਆ? ਤੇ ਬੋਲਿਆ ਕਾਫੀ, ਭਗਵੰਤ ਮਾਨ ਦੀ ਵੀਡੀਓ ਆਈਆਂ ਹੋਈਆਂ ਨੇ। ਮੈਂ ਦੇਖ ਲਾ ਬਾਰੇ ਕਿਹਾ, ਲਾ ਬਾਰੇ ਜਦੋਂ ਗਾਂਧੀ ਨੂੰ ਲਾ ਕੇ ਇਹ ਲੀਡਰ ਬਣ ਗਿਆ ਸੀ, ਲਾ ਬਾਰੇ ਉਦੋਂ ਵੀ ਗਾਂਧੀ ਬੋਲਦਾ ਹੁੰਦਾ ਸੀ। ਇੱਕ ਵੀਡੀਓ ਆਈ ਆ ਜਿਹਦੇ ਵਿੱਚ ਆਹ ਸੀ ਝੁੱਗੀਆਂ ਚੋਪੜੀਆਂ ਨੂੰ ਕਾਨੂੰਨੀ ਕਰਨ ਬਾਰੇ, ਸਪੀਕਰ ਵਾਰ-ਵਾਰ ਬੋਲਦਾ ਮਾਨ ਸਾਹਿਬ ਲਾ ਬਾਰੇ ਬੋਲੋ ਜਿਹੜਾ ਆਉਂਦਾ, ਮਾਨ ਸਾਹਿਬ ਲਾ ਬਾਰੇ ਬੋਲੋ ਜਿਹੜਾ ਆਉਂਦਾ। ਸੋ ਉਹਦੀ ਇੱਕ ਸੀਮਤ ਆਈ ਆ, ਉਹਦੇ ਆਪਦੇ ਗੁਣ ਨੇ। ਮੈਂ ਨਹੀਂ ਕਹਿੰਦਾ ਐਵੇਂ ਥੋੜ੍ਹਾ ਜੀ ਬੰਦਾ, ਮਤਲਬ ਜੇ ਕਿਵੇਂ ਵੀ ਪਹੁੰਚਿਆ, ਇੱਥੇ ਲੜ ਕੇ ਪਹੁੰਚਿਆ, ਅੱਜ ਨੂੰ ਕੈਂਡੀਡੇਟ ਐਲਾਨਿਆ CM ਦਾ, ਜਾਂ 2 ਵਾਰ MP ਆ, ਮਤਲਬ ਉਹ ਇਸ ਪੱਖੋਂ ਐ ਨਹੀਂ ਵੀ ਆਪਾਂ ਨੂੰ ਰਿਜੈਕਟ ਕਰਦੇ ਆ। ਬਸ ਸਵਾਲ ਬਦਲ ਦੇਣਾ ਕਿ ਇੱਕ ਇਮਾਨਦਾਰ ਲੀਡਰ ਪੰਜਾਬ ਨੂੰ ਬਚਾ ਸਕਦਾ ਹੈ ਕਿ ਇੱਕ ਇਮਾਨਦਾਰ ਲੀਡਰ ਆਪਣਾ ਸਹੀ ਸਮੇਂ ਤੇ ਕੰਮ ਨਹੀਂ ਕਰਦਾ ਉਹਨੂੰ ਬੇਈਮਾਨ ਕਹਿ ਸਕਦੇ ਆ? ਪੰਜਾਬ ਨੂੰ ਸਿਰਫ ਸਹੀ ਸਿਆਸਤ ਦੀ ਧਾਰਨੀ ਬੰਦਾ ਬਣਾ ਸਕਦਾ, ਜਿਹਦੇ ਕੋਲ ਇੱਕ ਸਹੀ ਸਿਆਸੀ ਸੋਝੀ ਆ, ਉਹੀ ਪੰਜਾਬ ਨੂੰ ਬਚਾ ਸਕਦਾ। ਉਹਦੇ ਨਾਲ ਉਹ ਇਮਾਨਦਾਰ ਵੀ ਹੋਵੇ, ਕਮਿਟਮੈਂਟ ਵੀ ਹੋਵੇ। ਪਰ ਆਮ ਆਦਮੀ ਪਾਰਟੀ ਇਮਾਨਦਾਰੀ ਦੇ ਨੇੜੇ ਤੇੜੇ ਨਹੀਂ ਖੜਦੀ। 2 ਵਾਰ ਟਿਕਟਾਂ ਵੰਡੀਆਂ ਨੇ ਨਾ ਜੀ, ਐਵੇਂ ਥੋੜ੍ਹੋ ਰੌਲੇ ਪੈ ਗਏ ਟਿਕਟਾਂ ਦੇ, ਐਂ ਥੋੜ੍ਹੋ ਵੀ ਜਿਹੜਾ ਅੱਡ ਹੋ ਗਿਆ ਉਹ ਝੂਠ ਬੋਲਦਾ ਤੇ ਕੱਲਾ ਕੇਜਰੀਵਾਲ ਸੱਚਾ। ਤੇ ਚੋਣ ਫੰਡਾਂ ਦਾ ਹਿਸਾਬ ਪੁੱਛ ਲਓ ਵਿਦੇਸ਼ਾਂ ਵਾਲਿਆਂ ਨੂੰ, ਸੈਂਕੜੇ ਕਰੋੜ ਰੁਪਇਆ ਇਕੱਠਾ ਹੋਇਆ, ਉਹ ਭਗਵੰਤ ਮਾਨ ਕੋਲ ਵੀ ਆਇਆ, ਕੈਂਡੀਡੇਟਾਂ ਕੋਲ ਵੀ ਸਿੱਧਾ ਆਇਆ। ਦੇ ਦੇਣ ਫੰਡਾਂ ਦਾ ਹਿਸਾਬ। ਕਹਿੰਦੇ ਸੀ ਦੂਜਿਆਂ ਦੇ ਮੁਕਾਬਲੇ ਅਸੀਂ ਆਇਆ, ਹੁਣ ਕਹਿੰਦੇ ਪਹਿਲਾਂ ਦੂਜਿਆਂ ਤੋਂ ਲੈ ਲਓ। ਫਿਰ ਠੀਕ ਹੈ, ਤੁਸੀਂ ਵੀ ਉਹਨਾਂ ਵਰਗੇ ਹੋ। ਇਸ ਕਰਕੇ ਇਮਾਨਦਾਰੀ ਦੀ ਸਿੱਧੂ ਸਾਹਿਬ ਤਾਂ ਨਹੀਂ ਬਣੇ CM ਦਾ ਉਮੀਦਵਾਰ ਕਿ ਇਮਾਨਦਾਰ ਸਨ, ਕਿ ਉਹਨਾਂ ਨੂੰ ਪਤਾ ਸੀ ਹਾਈ ਕਮਾਂਡ ਨੂੰ ਵੀ ਨਹੀਂ ਇਹਨਾਂ ਨੂੰ ਬਣਾ ਕੇ ਜਿਸ ਇੱਕ ਨਾਲ ਗੱਲਬਾਤ ਕਰਦੇ ਨੇ, ਜਾਂ ਅੰਦਰ ਜੋ ਕਾਂਗਰਸ ਵਿੱਚ ਸਿਆਸਤ ਚੱਲਦੀ ਪਈ ਹੈ ਇਹਨਾਂ ਨੂੰ ਬਣਾ ਕੇ ਘਾਟਾ ਹੀ ਪਊਗਾ ਸਿਆਸੀ ਪੱਖੋਂ? ਨਹੀਂ, ਦੇਖੋ ਉਹਨਾਂ ਦੀਆਂ ਆਪਦੀਆਂ ਗਿਣਤੀਆਂ ਮਿਣਤੀਆਂ ਕੀ ਹੋਣ, ਇੱਕ ਸਟਰਗਲ ਆ ਜਿੱਥੇ ਆਲ ਇੰਡੀਆ ਲੈਵਲ ਤੇ ਕਾਂਗਰਸ ਸਟਰਗਲ ਚੱਲ ਰਹੀ ਆ, ਕੋਈ ਰਾਹ ਉਹ ਪੰਜਾਬ ਲੈਵਲ ਤੇ ਵੀ ਸਟਰਗਲ ਆ ਵੀ ਪਾਰਟੀ ਨੂੰ ਕਿਹੜੇ ਰਾਹ ਪਾਉਣਾ। ਇਹ ਸਟਰਗਲ ਦੇ ਵਿੱਚ ਬਹੁਤ ਵੱਡੀ ਹੱਦ ਤੱਕ ਸਫਲ ਹੋ ਗਏ ਸਿੱਧੂ ਸਾਹਿਬ। ਮੈਂ ਤੁਹਾਨੂੰ ਕਹਿਣਾ ਮੁੱਖ ਮੰਤਰੀ ਦਾ ਕੀ ਆ, ਜੇ ਮੁੱਖ ਮੰਤਰੀ ਹੁਣ ਨਹੀਂ ਅਗਲੀ ਵਾਰ ਚੱਲੇਗੀ ਸਿੱਧੂ ਸਾਹਿਬ ਦੀ ਕਿ ਚੰਨੀ ਸਾਹਿਬ ਦੀ? ਹੈ ਜੀ, ਚੱਲੇਗੀ ਕਿਹਦੀ, ਸਿੱਧੂ ਸਾਹਿਬ ਦੀ ਕਿ ਚੰਨੀ ਸਾਹਿਬ ਦੀ? ਨਹੀਂ, ਸਮੂਹਕ ਤੌਰ ਤੇ ਲੀਡਰਸ਼ਿਪ ਜੋ ਸੋਚੂ ਚੱਲੂ ਤਾਂ ਸਾਰਿਆਂ ਦੀ ਉਹੀ ਨਾ ਜੀ, ਇਕੱਲੇ ਬੰਦੇ ਦੀ ਕਦੇ ਨਹੀਂ ਚੱਲਦੀ ਹੁੰਦੀ। ਮਤਲਬ ਤੁਹਾਨੂੰ ਟੀਮ ਵਰਕ, ਜੋ ਪ੍ਰਗਟ ਸਿੰਘ ਕਹਿੰਦਾ ਟੀਮ ਵਰਕ ਦੀ ਗੱਲ ਆ, ਤੁਹਾਨੂੰ ਆਪਦੇ ਵਿਚਾਰਾਂ ਦੇ ਧਾਰਨੀ ਬਣਾਉਣੇ ਪੈਣਗੇ, ਲੋਕ ਉਹਨਾਂ ਦੇ ਵਿਚਾਰ ਬਦਲਣੇ ਪੈਣਗੇ। ਕੱਲਾ ਹਾਈ ਕਮਾਂਡ ਦੇ ਡੰਡੇ ਨਾਲ ਤਾਂ ਵਿਚਾਰ ਨਹੀਂ ਨਾ ਬਦਲਣੇ ਹੁੰਦੇ। ਸੋ ਇਹ ਸਟਰਗਲ ਆ, ਇਹ ਸੰਵਾਦ ਆ। ਬਾਬੇ ਨਾਨਕ ਦੇ ਫਲਸਫੇ ਅਨੁਸਾਰ ਸੰਵਾਦ ਜਾਰੀ ਰਹਿਣਾ ਚਾਹੀਦਾ। ਤੋਮਤਾਂ ਨੇ ਜਿਹੜੀਆਂ ਉਹਨਾਂ ਤੋਂ ਬਚਣਾ ਚਾਹੀਦਾ। ਸੰਵਾਦ ਦੀ ਪੰਜਾਬ ਨੂੰ ਲੋੜ ਆ, ਵਿਚਾਰ ਦੇ ਲੜ ਲੱਗਣ ਦੀ ਪੰਜਾਬ ਨੂੰ ਲੋੜ ਆ। ਚਿਹਰਿਆਂ ਦੀ ਸਿਆਸਤ ਨਾਲ ਪੰਜਾਬ ਦਾ ਕਦੇ ਭਲਾ ਨਹੀਂ ਹੋਣਾ। ਤੁਸੀਂ ਸਾਰੀ ਗੱਲ ਮੈਂ ਸੁਣੀਏ। ਸਾਡੇ ਨਾਲ ਮੌਜੂਦ ਸਨ ਮਾਲਵਿੰਦਰ ਸਿੰਘ ਮਾਲੀ, ਸਲਾਹਕਾਰ ਰਹਿ ਚੁੱਕੇ ਨੇ, ਪਹਿਲਾਂ ਸਿੱਧੂ ਸਾਹਿਬ ਦੇ ਬਾਅਦ ਚੋਂ ਹਟ ਜਾਂਦੇ ਨੇ। ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਨਹੀਂ ਬਣਾਏ ਗਏ CM ਦੇ ਉਮੀਦਵਾਰ, ਉਸ ਵਿੱਚ ਕੀ ਕੋਈ ਕਮੀ ਰਹਿ ਗਈ ਸੀ? ਕਿ ਲੱਗਦਾ ਸੀ ਕਿ ਅੰਦਰਲੀ ਲੜਾਈ ਸ਼ੁਰੂ ਹੋ ਜੂਗੀ, ਜਾਂ ਹਾਈ ਕਮਾਂਡ ਨੂੰ ਪਤਾ ਸੀ ਜੇ ਸਿੱਧੂ ਸਾਹਿਬ ਨੂੰ ਬੁਲਾਇਆ ਜਿਹੜੇ ਏਜੰਡੇ ਦੀ ਗੱਲ ਕਰਦੇ ਨੇ ਕੱਲ ਨੂੰ ਲਾਗੂ ਨਹੀਂ ਹੋ ਪਾਣਗੇ? ਉਹ ਦੂਸਰੇ ਪਾਸੇ ਕਹਿ ਦਿੱਤਾ ਗਿਆ
ਰਾਹੁਲ ਗਾਂਧੀ ਵੀ ਕਹਿੰਦੇ ਨੇ ਕਿ ਏਜੰਡੇ ਉਹੀ ਦੇਣਗੇ ਸਿੱਧੂ ਸਾਹਿਬ ਵਾਲੇ, ਪਰ ਕੀ ਇਹ ਲਾਗੂ ਹੋਣਗੇ? ਜੇ ਕਾਂਗਰਸ ਕੱਲ੍ਹ ਨੂੰ ਸੱਤਾ ਵਿੱਚ ਆ ਜਾਂਦੀ ਹੈ, ਕਿ ਏਜੰਡੇ ਸਾਰੇ ਲਾਗੂ ਕੀਤੇ ਜਾਣਗੇ? ਸਭ ਤੋਂ ਅਹਿਮ ਸਵਾਲ ਹੋਊਗਾ। ਦਾਅਵੇ ਹੈ ਇੱਕ ਪਾਰਟੀ ਕਰ ਰਹੀ ਹੈ, ਪਰ ਖਜ਼ਾਨੇ ਦੀ ਗੱਲ ਕੌਣ ਕਰੂਗਾ? ਖਜ਼ਾਨਾ ਕਿਵੇਂ ਭਰੂਗਾ? ਇਸ ਵੀ ਚਰਚਾ ਹੋਣੀ ਚਾਹੀਦੀ ਹੈ। ਗੱਲ ਇਹ ਵੀ ਹੁੰਦੀ ਹੈ ਨੌਕਰੀਆਂ ਦੀ, ਨੌਕਰੀ ਦਿੱਤੀਆਂ ਜਾਣਗੀਆਂ 17 ਦੀ ਗੱਲ ਕਰ ਰਹੀ ਹੈ। ਕੈਪਟਨ ਸਾਹਿਬ ਨੇ ਕਿਹਾ ਵੀ ਘਰ ਘਰ ਨੌਕਰੀ, ਪਰ ਅੱਜ ਉਹੀ ਕੈਪਟਨ ਸਾਹਿਬ ਨੂੰ ਲੋਕ ਸਵਾਲ ਪੁੱਛਦੇ ਨੇ ਅਸੀਂ ਬੇਰੁਜ਼ਗਾਰ ਆ, ਕਿ ਇਸ ਮੁੱਦੇ ਦਾ ਹੱਲ ਹੋਊਗਾ? ਸਭ ਤੋਂ ਅਹਿਮ ਸਵਾਲ ਹੈ ਕਿ ਪੈਸਾ ਆਊਗਾ ਕਿੱਥੋਂ? ਜਦੋਂ ਵੀ ਸੱਤਾ ਵਿੱਚ ਕੋਈ ਸਰਕਾਰ ਆ ਜਾਂਦੀ ਹੈ, ਕਹਿੰਦੀ ਖਜ਼ਾਨਾ ਖਾਲੀ ਹੈ। ਜੇ ਖਜ਼ਾਨਾ ਖਾਲੀ ਹੈ ਤਾਂ ਪਿਛਲਾ ਪੈਸਾ ਕਿੱਥੇ ਗਿਆ? ਇਹ ਵੀ ਇੱਕ ਅਹਿਮ ਸਵਾਲ ਹੈ। ਤਾਂ ਤੁਸੀਂ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।